ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰਾਓ ਅੰਗਦ ਦੋਖ ਨਿਕੰਦਨਾ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਵਿਘਨ ਕੇ ਨਾਸ਼ਕ, ਵਿਘਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦਾਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਪ੍ਰਭੂ ਕੋ ਚਿੰਤਾਵਨ ਮੇਰਿਓ, ਅਬ ਤੁਮ ਬਖਸ਼ੋ ਆਪਨ ਅਗੇਰੇ। ਅਬ ਹੈ ਸਿੱਖ ਮੁਰਝਾਵਤ ਐਸੇ, ਪੀਛੇ ਸਿਦਕ ਹੋਏ ਦ੍ਰਿੜ ਕੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਲ ਬਾਜ ਘਟਾਇਆ ਥੋੜੀ ਜਿਹੀ, ਥੋੜੀ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜਗਤ ਜੀਵਾਂ ਦੇ ਉਧਾਰ ਕਰਤਾ, ਗਿਆਨ ਦੇ ਸਮੁੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ
ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਨਾਲ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ। ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨੂੰ ਕਮਾਇਆ ਹੈ, ਸਤਿਗੁਰੂ ਦੀ ਕਿਰਪਾ ਗੁਰ ਪ੍ਰਸਾਦ ਸਤਿਗੁਰਾਂ ਦੀ ਰਹਿਮਤ ਦੁਆਰਾ ਉਹ ਭਾਵ ਸਾਗਰ ਤੋਂ ਪਾਰ ਹੋਇਆ। ਭਾਈ ਧਿਆਨ ਸਿੰਘ ਜੀ ਮਾਜਰੀ ਵਾਲੇ, ਜਿਨ੍ਹਾਂ ਨੇ ਗੁਰੂ ਬਚਨਾਂ ਤੇ ਭਰੋਸਾ ਕੀਤਾ, ਮਹਾਰਾਜਿਆਂ ਦੇ ਕਹੇ ਹੋਏ ਬਚਨ ਭਾਈ ਹਰਗੋਪਾਲ ਦੇ ਪਾਸੋਂ ਆਪਣੀ ਝੋਲੀ ਵਿੱਚ ਪਵਾਏ ਔਰ ਆਪਣੇ ਘਰ ਆਪਣੇ ਮਾਲ ਧਨ ਦੀ ਪਰਵਾਹ ਨਾ ਕਰਦਿਆਂ ਹੋਇਆ ਘਰ ਤੱਕ ਆਪਣਾ ਵੇਚ ਦਿੱਤਾ, ਪਰ ਗੁਰੂ ਬਚਨਾਂ ਤੇ ਭਰੋਸਾ ਕਰਦਿਆਂ ਆਪਣਾ ਸਿਦਕ ਦ੍ਰਿੜਤਾ ਹਿਰਦੇ ਅੰਦਰ ਪ੍ਰੇਮ ਜਿਸ ਕਰਕੇ ਸਤਿਗੁਰਾਂ ਦੀ ਕਿਰਪਾ ਵਰਤੀ। ਮਹਾਰਾਜਿਆਂ ਦੇ ਨਾਲ ਬਚਨ ਸਾਂਝੇ ਕਰਦਿਆਂ ਭਾਈ ਧਿਆਨ ਸਿੰਘ ਜੀ ਕਹਿਣ ਲੱਗੇ, ਮਹਾਰਾਜ, ਜਦੋਂ ਮੈਂ ਆਪ ਜੀ ਦਾ ਬਚਨ ਆਪਣੀ ਝੋਲੀ ਵਿੱਚ ਪਵਾਇਆ, ਹਫ਼ਤੇ ਕੁ ਬਾਅਦ ਮੈਂ ਬਲਦਾਂ ਦੀ ਜੋਗ ਲੈ ਕਰਕੇ ਖੇਤਾਂ ਨੂੰ ਗਿਆ। ਬਲਦ ਜੋੜੇ ਹਨ, ਹਲ ਵਾਹੁਣ ਲੱਗਿਆ। ਅਜੇ ਸਿਆੜ ਕੱਢਿਆ ਹੀ ਸੀ ਕਿ ਬਹੁਤ ਸਾਰਾ ਧਨ ਜਿਹੜਾ ਸੀ ਉਹ ਧਰਤੀ ਦੇ ਵਿੱਚੋਂ ਮੈਨੂੰ ਮਿਲਿਆ। ਘਰੇ ਲੈ ਕਰਕੇ ਆਇਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਸਿੰਘਾਂ ਨੂੰ ਘਰੇ ਬੁਲਾ ਕਰਕੇ ਪ੍ਰਸ਼ਾਦਾ ਛਕਾਇਆ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ, ਦਸਵੰਧ ਦੀ ਮਾਇਆ ਆਪ ਜੀ ਦੇ ਹਿੱਤ ਮਹਾਰਾਜ ਮੈਂ ਲੈ ਕਰਕੇ ਆਇਆ, ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ। ਮਹਾਰਾਜਿਆਂ ਨੂੰ ਪੁੱਛਿਆ, ਸਤਿਗੁਰੂ ਜੀ ਬਾਕੀ ਮਾਇਆ ਜਿਵੇਂ ਆਪ ਜੀ ਦੀ ਰਜ਼ਾ ਹੋਵੇ, ਜਿਵੇਂ ਆਪ ਜੀ ਕਹੋ, ਮੈਂ ਉਸੇ ਤਰ੍ਹਾਂ ਹੀ ਜਿਹੜਾ ਬਾਕੀ ਧਨ ਹੈ ਵਰਤ ਲਈਏ ਜਾਂ ਉਸੇ ਤਰ੍ਹਾਂ ਧਰਤੀ ਵਿੱਚ ਦੱਬ ਦੇਈਏ। ਮਹਾਰਾਜ ਜੀ ਕਹਿਣ ਲੱਗੇ, ਭਾਈ ਉਹ ਧਨ ਤੇਰਾ ਹੈ, ਤੂੰ ਆਪਣਾ ਘਰ ਮਕਾਨ ਬਣਾਉਣਾ ਕਰ, ਜਿਵੇਂ ਤੂੰ ਖਰਚ ਕਰਨਾ ਚਾਹੁੰਦਾ ਹੈ, ਹੁਣ ਉਹ ਧਨ ਤੇਰਾ ਹੈ। ਭਾਈ ਧਿਆਨ ਸਿੰਘ ਤੇ ਅਪਾਰ ਬਖਸ਼ਿਸ਼ਾਂ ਕਰਦੇ ਆ ਕਿ ਤੂੰ ਸਾਡਾ ਪਿਆਰਾ ਸਿੱਖ ਹੈ, ਸਿਦਕੀ ਸਿੱਖ ਹੈ, ਜਿਹਨੇ ਆਪਣਾ ਸਿਦਕ ਸੰਭਾਲਿਆ ਹੈ। ਮਹਾਰਾਜ ਜੀ ਕਹਿੰਦੇ, ਭਾਈ ਅਸੀਂ ਤੇਰੇ ਤੋਂ ਪ੍ਰਸੰਨ ਹਾਂ, ਤੇਰੇ ਤੇ ਖੁਸ਼ ਹਾਂ। ਜੋ ਤੈਨੂੰ ਚਾਹੀਦਾ ਹੈ, ਜੋ ਤੇਰੀ ਇੱਛਾ ਹੈ, ਉਹ ਮੰਗ ਲੈਣਾ ਕਰ। ਭਾਈ ਧਿਆਨ ਸਿੰਘ ਜੀ ਮਹਾਰਾਜਿਆਂ ਦੇ ਚਰਨਾਂ 'ਚ ਫਿਰ ਬੇਨਤੀ ਕਰਦੇ, ਸਤਿਗੁਰੂ ਜੀ ਹੁਣ ਤਾਂ ਆਪ ਜੀ ਹੋ, ਤੁਹਾਡੀ ਰਹਿਨੁਮਾਈ ਹੇਠ ਆਪ ਜੀ ਦੇ ਸਿੱਖ ਆਉਂਦੇ ਹਨ। ਭੁੱਲਣਹਾਰ ਹੈ ਹਰ ਇੱਕ ਜੀਵ ਮਹਾਰਾਜ, ਵੱਡੀ ਵੱਡੀ ਭੁੱਲ ਜਿਹੜੀ ਹੈ ਆਪ ਜੀ ਦੇ ਸਿੱਖਾਂ ਦੇ ਪਾਸੋਂ ਹੋ ਜਾਂਦੀ। ਭਾਈ ਹਰਗੋਪਾਲ
ਜਿਹਦੇ ਮਨ ਵਿੱਚ ਭਰਮ ਪੈ ਗਿਆ, ਵੱਡੀ ਭੁੱਲ ਕਰ ਬੈਠਾ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਇਹਨੂੰ ਬਖਸ਼ ਵੀ ਲਿਆ ਹੈ, ਖੰਡੇ ਬਾਟੇ ਦੀ ਪਹੁਲ ਵੀ ਦਿੱਤੀ। ਮਹਾਰਾਜ ਤੁਹਾਡੀ ਰਹਿਨਮਾਈ ਹੇਠ ਆਪ ਜੀ ਨੇ ਇਸ ਪਰਿਵਾਰ ਤੇ ਦਇਆ ਕੀਤੀ ਹੈ। ਸਤਿਗੁਰੂ ਜੀ ਇਹ ਬੜਾ ਔਖਾ ਪਰਚਾ ਸੀ ਜਿਹੜਾ ਭਾਈ ਹਰਗੋਪਾਲ ਤੇ ਪਿਆ। ਮਹਾਰਾਜ ਇਹੋ ਜਿਹਾ ਪਰਚਾ ਆਉਣ ਵਾਲੇ ਸਮੇਂ ਅੰਦਰ ਗੁਰਸਿੱਖਾਂ ਤੇ ਪਾਉਣਾ ਬੜਾ ਔਖਾ ਹੋ ਜਾਣਾ ਹੈ। ਇਸ ਕਰਕੇ ਜਿਵੇਂ ਭਾਈ ਧਿਆਨ ਸਿੰਘ ਜੀ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਹਨ, ਕੀ ਮੰਗਦੇ ਨੇ ਮਹਾਰਾਜ ਜੀਆਂ ਦੇ ਪਾਸੋਂ। ਆਓ ਸਾਧ ਸੰਗਤ, ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਜਿਉ ਬੁਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ, ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਪ੍ਰਭ ਕੋ ਚਿੰਤਾ ਮਨ ਮੇਰੇ। ਸਤਿਗੁਰੂ ਜੀ ਮੇਰੇ ਮਨ ਵਿੱਚ ਇੱਕ ਬਹੁਤ ਵੱਡੀ ਚਿੰਤਾ ਹੈ। ਅਬ ਤੁਮ ਬਖਸ਼ੋ ਆਪਨ ਅਗੇਰੇ। ਸਤਿਗੁਰੂ ਜੀ ਹੁਣ ਤਾਂ ਤੁਹਾਡੀ ਅਗਵਾਈ ਦੇ ਵਿੱਚ, ਆਪ ਜੀ ਦੀ ਰਹਿਨਮਾਈ ਦੇ ਹੇਠ ਜਿਹੜੇ ਗੁਰਸਿੱਖ ਜਿਨ੍ਹਾਂ ਦੇ ਕੋਲੋਂ ਕੋਈ ਭੁੱਲ ਵੀ ਹੋ ਜਾਂਦੀ ਹੈ, ਆਪ ਜੀ ਬਖਸ਼ ਦਿੰਦੇ ਹੋ। ਅਬ ਹੈ ਸਿੱਖ ਮੁਰਝਾਵਤ ਐਸੇ। ਪਰ ਸਤਿਗੁਰੂ ਜੀ ਮਨ ਦੇ ਵਿੱਚ ਇੱਕ ਚਿੰਤਾ ਤਾਂ ਹੈ, ਫਿਕਰ ਤਾਂ ਹੈ। ਭਾਈ ਵਿਸ਼ੰਬਰ ਦਾਸ ਬੜਾ ਤਰਲਾ ਲੈ ਕਰਕੇ ਮੁਰਝਾਉਂਦਾ ਹੋਇਆ ਆਪ ਜੀ ਦੇ ਪਾਸ ਆਇਆ, ਆਪਣੇ ਪੁੱਤਰ ਨੂੰ ਲੈ ਕਰਕੇ। ਪੀਛੇ ਸਿਦਕ ਹੋਏ ਦ੍ਰਿੜ ਕੈਸੇ। ਮਹਾਰਾਜ ਹੁਣ ਤਾਂ ਆਪ ਜੀ ਨੇ ਕਿਰਪਾ ਕਰ ਦਿੱਤੀ, ਇਹਨਾਂ ਨੂੰ ਬਖਸ਼ ਦਿੱਤਾ ਹੈ। ਪਰ ਸਤਿਗੁਰੂ ਜੀ ਪਿੱਛੋਂ, ਆਪ ਜੀ ਦੇ ਪਿੱਛੋਂ ਇਹ ਦ੍ਰਿੜਤਾ ਕਿਵੇਂ ਬਣੇਗੀ। ਇਸ ਹਿਤ ਜਾਚੋ ਆਪ ਅਗਾਰੇ। ਮਹਾਰਾਜ ਮੇਰੀ ਇਹ ਅਰਦਾਸ ਹੈ, ਗੁਰਸਿੱਖਾਂ ਦੇ ਹਿੱਤ ਵਾਸਤੇ, ਗੁਰਸਿੱਖਾਂ ਦੇ ਭਲੇ ਵਾਸਤੇ। ਭਾਈ ਧਿਆਨ ਸਿੰਘ ਨੇ ਆਪਣੇ ਵਾਸਤੇ ਕੁਝ ਨਹੀਂ ਮੰਗਿਆ, ਸਮਗਰ ਗੁਰਸਿੱਖਾਂ ਵਾਸਤੇ ਭਾਈ ਧਿਆਨ ਸਿੰਘ ਜੀ ਮੰਗਦੇ। ਮਹਾਰਾਜ ਭੁੱਲਣ ਅੰਦਰ ਸਭ ਕੋ। ਸਤਿਗੁਰੂ ਜੀ ਹਰ ਕੋਈ ਭੁੱਲਣਹਾਰ ਹੈ। ਇਸ ਕਰਕੇ ਮਹਾਰਾਜ ਆਪ ਜੀ ਤੋਂ ਬਾਅਦ ਗੁਰਸਿੱਖਾਂ ਤੇ ਇਸੇ ਤਰ੍ਹਾਂ ਆਪ ਜੀ ਕਿਰਪਾ ਬਣਾਈ ਰੱਖਿਓ। ਤਿਹੁ ਸਿੱਖਨ ਕੋ ਸਿਦਕ ਉਦਾਰੇ। ਮਹਾਰਾਜ ਆਪ ਦਇਆਲੂ ਹੋ ਕਰਕੇ ਗੁਰਸਿੱਖਾਂ ਨੂੰ ਸਿਦਕ ਬਖਸ਼ਣਾ, ਭਰੋਸਾ ਬਖਸ਼ਿਸ਼ ਕਰਨਾ, ਹਿਰਦੇ ਅੰਦਰ ਦ੍ਰਿੜਤਾ, ਵਿਸ਼ਵਾਸ, ਗੁਰੂ ਵਚਨਾਂ ਤੇ ਭਰੋਸਾ ਬਣਿਆ ਰਹੇ। ਹਸ ਕਰ ਸ੍ਰੀ ਮੁਖ ਤਵੈ ਬਖਾਨਾ। ਹੱਸਦਿਆਂ ਹੋਇਆ ਸਤਿਗੁਰੂ ਜੀ ਪਾਵਨ ਮੁਖ ਤੋਂ ਬਚਨ ਬਖਿਆਨ ਕਰਦੇ ਹਨ। ਧਿਆਨ ਸਿੰਘ ਸੁਨ ਆਗਲ ਭਾਨਾ। ਭਾਈ ਧਿਆਨ ਸਿੰਘ ਅਗਲਾ ਪਰਮੇਸ਼ਰ ਦਾ ਜੋ ਭਾਣਾ ਹੈ ਉਹ ਆਪ ਜੀ ਸੁਣਨਾ ਕਰੋ। ਸਿੰਧ ਲਸਨ ਮੁਕਤਾ ਉਹ ਹੀਰਾ। ਸਾਡਾ ਸਿੰਘ ਕਹਿਣ ਲੱਗੇ ਜਿਵੇਂ ਲਾਸਣ ਮੋਤੀ ਹੀਰੇ ਹਨ। ਕਮੀ ਥੌਰ ਮਹਿ ਮੋਲਕ ਹੀਰਾ। ਕਿਤੇ ਇਹਨਾਂ ਦੇ ਚਮਕ ਦੇ ਵਿੱਚ ਕਦੇ ਕਮੀ ਨਹੀਂ ਪੈਂਦੀ, ਨਾ ਹੀ ਇਹਨਾਂ ਦਾ ਮੁੱਲ ਜਿਹੜਾ ਹੈ ਉਹ ਘਟਦਾ ਹੈ।
ਸਮੁੰਦਰ ਵਿੱਚ ਰਹਿੰਦਿਆਂ ਕੀ ਹੀਰੇ ਦੀ ਕੀਮਤ ਘੱਟ ਹੁੰਦੀ, ਜਾਂ ਫਿਰ ਜਦੋਂ ਜੌਹਰੀ ਦੇ ਪਾਸ ਜਾਂਦਾ ਹੈ ਹੀਰੇ ਮੋਤੀ ਜਵਾਹਰਾਤ, ਕਿ ਉਦੋਂ ਉਹਨਾਂ ਦਾ ਮੁੱਲ ਘਟ ਜਾਂਦਾ ਹੈ। ਉਸੇ ਤਰ੍ਹਾਂ ਹੀ ਜਿਵੇਂ ਸਮੁੰਦਰ ਦੇ ਵਿੱਚ ਹੈ ਹੀਰਾ ਮੋਤੀ, ਔਰ ਜਦੋਂ ਬਾਜ਼ਾਰ ਦੇ ਵਿੱਚ ਜਾ ਕਰਕੇ ਵਿਕਦਾ ਉਹਦੀ ਬੇਸ਼ੁਮਾਰ ਕੀਮਤ ਹੁੰਦੀ ਹੈ। ਤਿਉ ਪਾਛੇ ਸਿਧ ਸਿਧ ਕੀ ਮੇਰੇ। ਧਿਆਨ ਸਿੰਘ ਇਸੇ ਤਰ੍ਹਾਂ ਸਾਡੇ ਤੋਂ ਪਿੱਛੋਂ, ਸਾਡੇ ਤੋਂ ਬਾਅਦ ਸਾਡੇ ਸਿੱਖ ਹੀਰੇ ਮੋਤੀਆਂ ਦੀ ਤਰ੍ਹਾਂ ਚਮਕਣਗੇ, ਔਰ ਇਹਨਾਂ ਦੇ ਹਿਰਦੇ ਅੰਦਰ ਦ੍ਰਿੜਤਾ, ਪਰਪੱਕਤਾ, ਭਰੋਸਾ, ਵਿਸ਼ਵਾਸ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਬਣਿਆ ਰਹਿਣਾ ਹੈ। ਲੱਖ ਹੋਵਹਿ ਵਧਹਿ ਵਧੇਰੇ। ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਦੇ ਵਿੱਚ ਵਾਧਾ ਹੋਏਗਾ, ਵਧੇਰੇ ਗਿਣਤੀ ਹੋਏਗੀ ਸਿੰਘਾਂ ਦੀ। ਦੋਹਰਾ ਹਮਰੀ ਤਨ ਕੀ ਸੂਰਗਤ ਅਸਤਰਤ ਹੋਇ ਜਾਏ। ਜਿਵੇਂ ਸੂਰਜ ਦਿਨ ਦੇ ਵੇਲੇ ਸੂਰਜ ਦੀ ਚਮਕ ਹੈ, ਪਰ ਤਾਰੇ ਜਿਹੜੇ ਹਨ ਉਹ ਅਸਮਾਨ ਦੇ ਵਿੱਚ ਹੀ ਹੁੰਦੇ, ਕਿਉਂਕਿ ਸੂਰਜ ਦਾ ਪ੍ਰਕਾਸ਼ ਜ਼ਿਆਦਾ ਹੈ। ਤਾਰਿਆਂ ਦੀ ਜਿਹੜੀ ਰੌਸ਼ਨੀ ਹੈ ਉਹ ਫਿਰ ਮੱਧਮ ਪੈ ਜਾਂਦੀ, ਤਾਰਿਆਂ ਦਾ ਪ੍ਰਤਾਪ ਘਟ ਜਾਂਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਕੂਕ ਉਠਤ ਜਗ ਮਹਿ ਲਸਤ ਤਿਉ ਸਿੰਘੀ ਮਮ ਆਏ। ਔਰ ਜਦੋਂ ਫਿਰ ਸੂਰਜ ਛਿਪਦਾ ਹੈ, ਫਿਰ ਤਾਰਿਆਂ ਦੀ ਚਮਕ ਜਿਹੜੀ ਹੈ ਉਹ ਫਿਰ ਇਸੇ ਤਰ੍ਹਾਂ ਤਾਰਿਆਂ ਦੀ ਰੌਸ਼ਨੀ ਜਿਹੜੀ ਹੈ ਉਹ ਦੁੱਗਣੀ ਹੋ ਜਾਂਦੀ। ਸੂਰਜ ਦੇ ਵੇਲੇ ਤਾਰਿਆਂ ਦਾ ਪ੍ਰਤਾਪ ਘੱਟ ਹੈ, ਜਦੋਂ ਸੂਰਜ ਛਿਪ ਜਾਂਦਾ ਹੈ ਉਦੋਂ ਫਿਰ ਤਾਰਿਆਂ ਦੀ ਚਮਕ ਜਿਹੜੀ ਹੈ ਉਹਨਾਂ ਦਾ ਪ੍ਰਭਾਵ ਜ਼ਿਆਦਾ ਪੈਂਦਾ। ਇਸ ਕਰਕੇ ਸਾਡੇ ਤੋਂ ਬਾਅਦ ਸਾਡੇ ਸਿੰਘ ਤਾਰਿਆਂ ਦੀ ਤਰ੍ਹਾਂ ਚਮਕਣਗੇ। ਸਿਦਕ ਦੀਆ ਵਿਭਤਾ ਦਈ ਵਿਦਿਆ ਦੀਨੀ ਪੂਰ। ਅਸੀਂ ਆਪਣੇ ਸਿੰਘਾਂ ਨੂੰ ਸਿਦਕ ਦਿੱਤਾ ਹੈ, ਵਿਦਿਆ ਦਿੱਤੀ ਹੈ, ਔਰ ਇਹਨਾਂ ਦੇ ਹਿਰਦੇ ਅੰਦਰ ਦ੍ਰਿੜਤਾ, ਪਰਪੱਕਤਾ, ਪੂਰਨ ਭਰੋਸਾ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ। ਰਟਤ ਸਿੰਘ ਮਮ ਤੇਜ ਵਦ ਬੈਠਤ ਮਤ ਹੋ ਮੂਰ। ਔਰ ਸਿੰਘਾਂ ਦੇ ਮਨਾਂ ਦੇ ਵਿੱਚ ਦ੍ਰਿੜਤਾ ਹੈ, ਭਰੋਸਾ ਹੈ। ਜਿਹੜੇ ਸਦਾ ਹੀ ਪਰਮੇਸ਼ਰ ਦਾ ਨਾਮ ਜਪਣਗੇ ਉਹਨਾਂ ਦੇ ਹਿਰਦੇ ਅੰਦਰ ਪਰਪੱਕਤਾ ਬਣੇਗੀ, ਉਹਨਾਂ ਦਾ ਪ੍ਰਤਾਪ ਜਿਹੜਾ ਹੈ ਤੇਜ ਹੋਏਗਾ। ਸੂਰ ਹੂਰ ਸਭ ਕੂਰ ਤਾਜ ਤੁਰ ਤੁਰ ਭੂਵਨ ਮਾਹੇ। ਸੂਰਮੇ ਸਾਡੇ ਕੂੜ ਦਾ ਤਿਆਗ ਕਰਕੇ ਕਹਿਣ ਲੱਗੇ ਹਰ ਪਾਸੇ ਇਹਨਾਂ ਦੀ ਚਮਕ, ਇਹਨਾਂ ਦਾ ਪ੍ਰਤਾਪ ਜਿਹੜਾ ਹੈ ਉਹ ਵਧੇਗਾ। ਰਾਜ ਬਾਜ ਗਜ ਸਾਜ ਸਭ ਸਿਦਕ ਦੀਆ ਮਮ ਪਾਹੇ। ਅਸੀਂ ਇਹਨਾਂ ਨੂੰ ਰਾਜ ਦਿੱਤਾ ਹੈ, ਬਾਜ ਘੋੜੇ ਦਿੱਤੇ ਹਨ, ਔਰ ਸਾਰਾ ਸਾਜ ਦਿੱਤਾ ਹੈ, ਨਾਲ ਸਿਦਕ ਦਿੱਤਾ ਹੈ। ਖਾਲਸੇ ਦੇ ਪਾਸੋਂ ਅਸੀਂ ਕੁਝ ਵੀ ਛੁਪਾ ਕਰਕੇ ਨਹੀਂ ਰੱਖਿਆ। ਰਾਜ ਬਾਜ ਗਜ ਸਾਜ ਸਿਦਕ ਸਾਰਾ ਕੁਝ ਅਸੀਂ ਆਪਣੇ ਸਿੰਘਾਂ ਨੂੰ ਦੇ ਦਿੱਤਾ ਹੈ। ਜੋ ਪਈ ਇਸ ਪ੍ਰਕਾਰ ਕਹਿ ਕਰ ਜਗ ਸੁਆਮੀ। ਧਿਆਨ ਸਿੰਘ ਦੇ ਨਾਲ ਮਹਾਰਾਜਿਆਂ ਨੇ ਇਸ ਤਰ੍ਹਾਂ ਬਚਨ ਕੀਤੇ ਹਨ। ਮੰਦਰ ਗਮਨੇ ਅੰਤਰ ਜਾਮੀ। ਫਿਰ ਸਤਿਗੁਰੂ ਜੀ ਆਪਣੇ ਨਿਜ ਮਹਿਲਾਂ ਦੇ ਵਿੱਚ ਗਏ ਹਨ। ਖਾਨ ਪਾਨ ਕਰ ਨਿਸਾ ਗੁਜ਼ਾਰੀ। ਲੰਗਰ ਛਕਿਆ ਹੈ ਸਤਿਗੁਰਾਂ ਨੇ ਔਰ ਰਾਤ ਬਤੀਤ ਕੀਤੀ ਹੈ। ਆਏ ਪ੍ਰਾਤ ਪੁਨ ਸਭਾ ਮਝਾਰੀ। ਦੀਵਾਨ ਸਜਿਆ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਵਾਨ ਵਿੱਚ ਆਏ ਹਨ। ਬੈਠੇ ਕਰਤੇ ਸੌਚ ਇਸ਼ਨਾਨਾ। ਬੱਚਾ ਇਸ਼ਨਾਨ ਕਰਕੇ ਤਨ ਤੇ ਸ਼ਸਤਰ ਧਾਰਨ ਕੀਤੇ,
ਮਹਾਰਾਜ ਜੀ ਆ ਕੇ ਦੀਵਾਨ ਵਿੱਚ ਸੁਭਾਇਮਾਨ ਹੋਏ ਹਨ। ਆਏ ਖਾਲਸਾ ਲੱਗਿਓ ਦੀਵਾਨਾ। ਖਾਲਸਾ ਪੰਥ ਚੱਲ ਕਰਕੇ ਮਹਾਰਾਜ ਜੀਆਂ ਦੇ ਹਜ਼ੂਰ ਆਇਆ। ਸਤਿਗੁਰਾਂ ਦਾ ਦੀਵਾਨ ਸਜਿਆ, ਆਸੇ ਪਾਸੇ ਤਿਆਰ ਬਰ ਤਿਆਰ ਸੂਰਮੇ ਬੈਠੇ ਹਨ। ਮਾਘ ਮਾਸ ਤਬ ਸੀਤ ਮਹਾਨੇ। ਮਾਘ ਦਾ ਮਹੀਨਾ ਹੈ, ਠੰਡ ਦਾ ਮੌਸਮ ਹੈ, ਸੀਤ ਲਹਿਰ ਚੱਲਦੀ ਹੈ। ਨਰ ਨਾਰੀ ਬਹੁ ਪ੍ਰਾਤ ਇਸ਼ਨਾਨੇ। ਅੰਮ੍ਰਿਤ ਵੇਲੇ ਹਰ ਇੱਕ ਜੀਵ ਮਾਘ ਦੇ ਮਹੀਨੇ ਬੜੇ ਚਾਅ ਨਾਲ ਇਸ਼ਨਾਨ ਕਰਦਾ ਹੈ। ਤਬ ਸਿੱਖਨ ਕਰ ਜੋਰ ਉਚਾਰਾ। ਸਿੰਘਾਂ ਨੇ ਮਹਾਰਾਜਿਆਂ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਨਾਲ ਬਚਨ ਕਰਦੇ ਹਨ। ਮਾਘ ਮਾਸ ਅਰ ਕਾਤਿਕ ਸਾਰਾ। ਸਤਿਗੁਰੂ ਜੀ ਕਾਤਕ ਅਤੇ ਮੱਘਰ ਦੇ ਮਹੀਨੇ, ਇਹਨਾਂ 2 ਮਹੀਨਿਆਂ ਦੇ ਵਿੱਚ ਇਸ਼ਨਾਨ ਦਾ ਜਿਹੜਾ ਮਹਾਤਮ ਹੈ, ਹਰ ਕੋਈ ਚਾਅ ਦੇ ਨਾਲ ਇਸ਼ਨਾਨ ਕਰਦਾ ਹੈ। ਨਰ ਨਾਰੀ ਗਨ ਪ੍ਰਾਤੀ ਜਾਗਹਿ। ਹਰ ਇੱਕ ਪ੍ਰਾਣੀ ਪਹਿਰ ਰਾਤ ਰਹਿੰਦਿਆਂ ਜਾਗ ਕਰਕੇ ਸੀਤ ਨੀਰ ਸੋ ਮੱਜਨ ਲੱਗਹਿ। ਔਰ ਠੰਡੇ ਜਲ ਦੇ ਨਾਲ ਇਸ਼ਨਾਨ ਕਰਦਾ ਹੈ, ਬੜੇ ਚਾਅ ਦੇ ਨਾਲ। ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਆਸਾਂ ਲੈ ਕਰਕੇ ਹਰ ਇੱਕ ਪ੍ਰਾਣੀ ਮਾਘ ਦੇ ਮਹੀਨੇ ਕਹਿਣ ਲੱਗੇ ਬੜੇ ਚਾਅ ਨਾਲ ਇਸ਼ਨਾਨ ਕਰਦਾ ਹੈ। ਗੁਰਮਤਿ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਾਘ ਦੇ ਮਹੀਨੇ ਦੇ ਪ੍ਰਥਾਏ ਸਤਿਗੁਰੂ ਜੀ ਬਖਸ਼ਿਸ਼ ਕਰਦੇ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਗੁਰਮੁਖਾਂ ਦੀ ਧੂੜੀ ਦੇ ਵਿੱਚ ਆ ਕਰਕੇ ਇਸ਼ਨਾਨ ਕਰ। ਆਪਣਾ ਜਿਹੜਾ ਮਨ ਹੈ ਗੁਰਮੁਖਾਂ ਦੀ ਚਰਨ ਧੂੜੀ ਦੇ ਵਿੱਚ ਇਹਨੂੰ ਭਿਉਣਾ ਕਰ। ਉਹਨਾਂ ਦੀ ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰਾ। ਤੇਰੇ ਮਨ ਵਿੱਚ ਇੰਨੀ ਨਿਮਰਤਾ ਆ ਜਾਏ। ਓਹੋ ਸਭ ਨੂੰ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਸਭਨਾਂ ਦੀ ਧੂੜ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਜਿਹਨੇ ਆਪਣੇ ਆਪ ਨੂੰ ਨੀਵਾਂ ਜਾਣ ਲਿਆ, ਮਹਾਰਾਜ ਜੀ ਕਹਿੰਦੇ ਉਹ ਸਭਨਾਂ ਤੋਂ ਉੱਚਾ ਮੁਰਾਤਬਾ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਗੁਰਸਿੱਖ, ਮਾਘ ਦੇ ਮਹੀਨੇ ਬੜੇ ਚਾਅ ਨਾਲ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਦੇ ਹਨ। ਅਪਰ ਮਾਸ ਕੇ ਦਿਵਸਨ ਮਾਹੀ। ਕੇਵਲ ਮਾਘ ਦੇ ਮਹੀਨੇ ਹੀ ਉਹ ਇਸ਼ਨਾਨ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੂਸਰੇ ਮਹੀਨਿਆਂ ਵਿੱਚ ਇਸ ਤਰ੍ਹਾਂ ਕਿਉਂ ਨਹੀਂ ਹੈ? ਜਿਸ ਕਿਸ ਵੇਲੇ ਲੋਕ ਨਹਾਹੀ। ਦੂਸਰੇ ਮਹੀਨੇ ਤਾਂ ਜਦੋਂ ਜੀ ਕਰੇ ਉਦੋਂ ਹੀ ਇਸ਼ਨਾਨ ਕਰਦੇ, ਪਰ ਮਾਘ ਦੇ ਮਹੀਨੇ ਪਹਿਰ ਰਾਤ ਰਹਿੰਦਿਆਂ ਸਵਖਤੇ ਉੱਠ ਕੇ ਇਸ਼ਨਾਨ ਕਰ ਲੈਂਦੇ ਹਨ। ਸਤਿਗੁਰ ਪਾਤਸ਼ਾਹ ਇਨ ਬਾਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੀ ਇਉਂ ਇਹ ਸਵਾਲ ਸੁਣ ਕਰਕੇ ਸਵਾਲ ਕੀਤਾ ਗੁਰਸਿੱਖਾਂ ਨੇ। ਮਹਾਰਾਜ ਜੀ ਫਿਰ ਜਵਾਬ ਦਿੰਦੇ ਹਨ। ਕਿਮ ਹੋਵਤ ਪਰ ਨਹੁ ਬਖਿਆਤ। ਸਤਿਗੁਰੂ ਜੀ ਪਾਵਨ ਮੁਖ ਤੋਂ ਬਚਨ ਉਚਾਰਨ ਕਰਦੇ ਹਨ। ਸੁਨ ਸਿੱਖਨ ਕੇ ਸੰਸੈ ਬੈਨ। ਗੁਰਸਿੱਖਾਂ ਦੇ ਮਨ ਵਿੱਚ ਇੱਕ ਸੰਸਾ ਸੀ, ਸਵਾਲ ਸੀ। ਸ੍ਰੀ ਮੁਖ ਤੇ ਬੋਲੇ ਸੁਖ ਐਨ। ਸੁੱਖਾਂ ਦੇ ਦਾਤੇ ਸੁੱਖਾਂ ਦੇ ਘਰ ਸਤਿਗੁਰੂ ਜੀ ਬਚਨ ਕਰਦੇ ਹਨ। ਸੁਨ ਭਾਈ ਸਭ ਜਗਤ ਤਮਾਸ਼ਾ। ਸਤਿਗੁਰੂ ਜੀ ਕਹਿੰਦੇ ਭਾਈ ਸੁਣੋ, ਇਹ ਤਾਂ ਜਗਤ ਦਾ ਤਮਾਸ਼ਾ ਹੈ। ਕਿਆ ਇਸ ਕੀ ਗਤ ਕਰਹਿ ਪ੍ਰਕਾਸ਼ਾ। ਇਹਦੀ ਕੀ ਮਹਿਮਾ ਬਿਆਨ ਕਰੀਏ ਜਗਤ ਦੇ ਤਮਾਸ਼ੇ ਦੀ। ਇਹ ਜਿਹੜੀ ਖੇਡ ਹੈ ਸਤਿਗੁਰੂ ਜੀ ਕਹਿੰਦੇ ਕੀ ਪ੍ਰਕਾਸ਼ ਕਰਕੇ ਦਸੀਏ। ਚੰਦ ਮਤਲਬ ਕੀ ਕਿਆ ਪ੍ਰੀਤ ਚਿਰ ਨਹਿ ਠਹਿਰਦੀ।
ਜਿਹੜੀ ਮਤਲਬ ਦੀ ਪ੍ਰੀਤ ਹੁੰਦੀ ਹੈ, ਮੌਕੇ ਦਾ ਪ੍ਰੇਮ, ਕਾਮ ਪਰੇ ਹਰ ਸਿਮਰੀਐ। ਜਦੋਂ ਕੋਈ ਕੰਮ ਹੋਵੇ ਕਹਿਣ ਲੱਗੇ ਉਦੋਂ ਫਿਰ ਸਿਮਰਨਾ, ਉਦੋਂ ਯਾਦ ਕਰਨਾ, ਉਦੋਂ ਮਿੱਤਰ ਬਣਾ ਲੈਣਾ। ਔਰ ਜਦੋਂ ਕੰਮ ਨਿਕਲ ਜਾਏ ਫਿਰ ਪੁੱਛ ਪੜਤਾਲ ਵੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਾਈ ਮਤਲਬ ਦੀ ਜਿਹੜੀ ਪ੍ਰੀਤ ਹੈ ਜ਼ਿਆਦਾ ਚਿਰ ਨਹੀਂ ਠਹਿਰਦੀ, ਕਿਉਂਕਿ ਮੌਕਾ ਪ੍ਰਸਤੀ ਜਿਹੜੀ ਹੋ। ਇਸ ਕਰਕੇ ਮਾਘ ਦੇ ਮਹੀਨੇ ਜਿਹੜਾ ਇਸ਼ਨਾਨ ਹੈ ਮਹਾਰਾਜ ਜੀ ਕਹਿੰਦੇ ਮੌਕਾ ਪ੍ਰਸਤੀ ਹੈ। ਗੁਰਸਿੱਖਾਂ ਨੇ ਪੁੱਛਿਆ ਵੀ ਬਾਕੀ ਮਹੀਨੇ ਤਾਂ ਨਹਾਉਂਦੇ ਨਹੀਂ, ਇਕੱਲੇ ਮਾਘ ਦੇ ਮਹੀਨੇ ਇੱਛਾ ਕਰਕੇ ਨਹਾਉਣਾ। ਮਹਾਰਾਜ ਜੀ ਕਹਿੰਦੇ ਫਿਰ ਤਾਂ ਮਤਲਬ ਦੀ ਗੱਲ ਹੋਈ। ਗੁਰਸਿੱਖ ਨੇ ਤਾਂ ਨਿਤ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਸਿਮਰਨ ਵਿੱਚ ਬੈਠਣਾ, ਪ੍ਰਭੂ ਦੀ ਉਸਤਤ ਕਰਨੀ, ਸਿਫਤ ਸਲਾਹ ਕਰਨੀ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ ਨਿਤਨੇਮ ਹੈ ਗੁਰਸਿੱਖ ਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਹਰ ਰੋਜ਼ ਦਾ ਨੇਮ ਹੈ ਗੁਰਸਿੱਖ ਦਾ। ਪਰ ਸਿੱਖ ਕਹਿੰਦੇ ਮਹਾਰਾਜ ਮਾਘ ਦੇ ਮਹੀਨੇ ਹੀ ਕਿਉਂ? ਮਹਾਰਾਜ ਜੀ ਕਹਿੰਦੇ ਤਾਂ ਮਤਲਬ ਦੀ ਪ੍ਰੀਤ ਹੈ, ਮੌਕਾ ਪ੍ਰਸਤੀ। ਔਰ ਇਹ ਪ੍ਰੀਤ ਜਿਹੜੀ ਹੈ ਫਿਰ ਪਰਪੱਕਤਾ ਨਹੀਂ ਹੁੰਦੀ, ਸੱਚੀ ਪ੍ਰੀਤ ਨਹੀਂ ਹੁੰਦੀ, ਇਹ ਤਾਂ ਮੌਕਾ ਪ੍ਰਸਤੀ ਹੈ। ਦੂਧ ਦੇਤ ਜਾਤੇ ਨਾ ਦੇਵਤਾ ਮਿਹਰ ਦੀ। ਜਦੋਂ ਗਾਂ ਦੁੱਧ ਦਿੰਦੀ ਹੋਵੇ ਉਦੋਂ ਤਾਂ ਗਾਂ ਨੂੰ ਦੇਵਤਾ ਕਹਿੰਦੇ, ਜਿੰਨਾ ਚਿਰ ਦੁੱਧ ਦਿੰਦੀ ਹੈ। ਔਰ ਜਦੋਂ ਫਿਰ ਦੁੱਧ ਦੇਣੋਂ ਹਟ ਜਾਂਦੀ ਹੈ ਫਿਰ ਸੜਕਾਂ 'ਤੇ ਛੱਡ ਦਿੰਦੇ, ਫਿਰ ਭੱਜੀਆਂ ਫਿਰਦੀਆਂ, ਬਾਨਾਂ ਦੇ ਵਿੱਚ ਵੱਜਦੀਆਂ ਫਿਰਦੀਆਂ। ਔਰ ਜਦੋਂ ਦੁੱਧ ਦਿੰਦੀ ਹੈ ਉਦੋਂ ਕਹਿਣ ਲੱਗੇ ਉਹਨੂੰ ਦੇਵਤਾ ਕਹਿੰਦੇ, ਫਿਰ ਉਹਦੀ ਸੇਵਾ ਵੀ ਕਰਦੇ, ਪੱਠੇ ਵੀ ਪਾਉਂਦੇ ਹਨ। ਪੂਜਾ ਦੇਵੇ ਦੇਵ ਤਾਂ ਪ੍ਰੀਤੋ ਸ਼ਹਿਰ ਦੀ। ਜੇ ਦੇਵਤਾ ਮਨੋ ਕਾਮਨਾ ਪੂਰੀ ਕਰੀ ਜਾਏ ਕਹਿਣ ਲੱਗੇ ਫਿਰ ਉਹਦੀ ਪੂਜਾ ਕਰਦੇ। ਜੇ ਅਰਦਾਸ ਪੂਰੀ ਹੋ ਜਾਏ ਫਿਰ ਚਾਅ ਨਾਲ ਆਉਂਦਾ ਹੈ, ਜੇ ਅਰਦਾਸ ਪੂਰੀ ਨਾ ਹੋਵੇ ਫਿਰ ਆਲਸ ਪੈ ਜਾਂਦਾ ਹੈ ਕਿ ਮੇਰੀ ਭਾਵਨਾ ਪੂਰੀ ਨਹੀਂ ਹੋਈ ਵੀ ਮੈਂ ਨਹੀਂ ਜਾਣਾ ਗੁਰੂ ਘਰ ਵੀ। ਫਿਰ ਤਾਂ ਮਤਲਬ ਦੀ ਗੱਲ ਹੋ ਗਈ। ਮਹਾਰਾਜ ਜੀ ਕਹਿੰਦੇ ਮੌਕਾ ਪ੍ਰਸਤੀ ਹੈ। ਜੇ ਦੇਵਤਾ ਭਾਵਨਾ ਪੂਰੀ ਕਰ ਦਿੰਦਾ ਫਿਰ ਉਹਦੀ ਪੂਜਾ ਕਰਦੇ ਹਨ। ਪੁੱਤਰ ਜਨਮ ਦੀ ਨਾਰ ਕਰ ਭੀਤਰ ਭਾਵਦੀ। ਜੇ ਔਰਤ ਦੀ ਕੁੱਖ ਤੋਂ ਪੁੱਤਰ ਨੇ ਜਨਮ ਲਿਆ ਫਿਰ ਬੜੀ ਭਾਉਂਦੀ ਹੈ, ਚੰਗੀ ਲੱਗਦੀ ਹੈ। ਜੇ ਕਿਤੇ ਧੀ ਜੰਮ ਪਵੇ ਫਿਰ ਉਸੇ ਔਰਤ ਨੂੰ ਕਹਿਣ ਲੱਗੇ ਵੀ ਇਹ ਤਾਂ ਕਲਸ਼ਣੀ ਆ, ਇਹਨੇ ਧੀ ਜੰਮ ਦਿੱਤੀ, ਬੜੀ ਨਫ਼ਰਤ ਕੀਤੀ ਜਾਂਦੀ ਹੈ। ਜੇ ਉਸੇ ਕੁੱਖ ਤੋਂ ਪੁੱਤਰ ਨੇ ਜਨਮ ਲਿਆ ਫਿਰ ਉਸ ਔਰਤ ਦਾ ਕਹਿੰਦੇ ਸਤਿਕਾਰ ਕਰਦੇ ਨੇ ਲੋਕ। ਔਰ ਜੇ ਕਿਤੇ ਧੀ ਜੰਮ ਪਵੇ ਫਿਰ ਉਹੋ ਜਿਹਾ ਪ੍ਰੇਮ ਨਹੀਂ ਕਰਦੀ ਸੱਸ ਵੀ ਇਹਨੇ ਤਾਂ ਕਹਿਣ ਲੱਗੇ ਪੱਥਰ ਜੰਮ ਦਿੱਤਾ। ਧੀ ਨੂੰ ਕਹਿਣਗੇ ਵੀ ਪੱਥਰ ਜੰਮ ਦਿੱਤਾ, ਵੀ ਭਲੀਏ ਤੂੰ ਵੀ ਤਾਂ ਕਿਸੇ ਦੀ ਧੀ ਹੈ, ਤੇਰੇ ਘਰੇ ਵੀ ਤਾਂ ਭਾਗ ਲੱਗੇ, ਤੇਰੀ ਕੁੱਖ ਤੋਂ ਪੁੱਤਰ ਹੋਇਆ, ਅੱਗੇ ਨੂੰਹ ਆਈ। ਜਿਨ੍ਹਾਂ ਨੇ ਲక్ష్ਮੀ ਜਾਣ ਕੇ ਮੰਨਿਆ ਧੀ ਨੂੰ, ਉਹਨਾਂ ਦੇ ਘਰ ਵਿੱਚ ਭਾਗ ਲੱਗ ਪਏ। ਮਹਾਰਾਜ ਜੀ ਕਹਿੰਦੇ ਭਾਈ ਜੇ ਔਰਤ ਪੁੱਤਰ ਜਨਮ ਦਿੰਦੀ ਹੈ ਫਿਰ ਉਹਦਾ ਸਤਿਕਾਰ ਕਰਦੇ, ਉਹਦਾ ਮਾਣ ਕਰਦੇ ਹਨ। ਉਹ ਮਨ ਨੂੰ ਭਾਉਂਦੀ ਹੈ, ਘਰ ਭੀਤਰ ਚੰਗੀ ਲੱਗਦੀ ਹੈ। ਦਾਨ ਦੇ ਜਜਮਾਨ ਦਿਜ ਗੱਲ ਕਹਿ ਭਾਵਦੀ। ਜਦੋਂ ਜਜਮਾਨ ਆ ਕੇ ਪੰਡਤ ਨੂੰ ਕਹਿਣ ਲੱਗੇ ਦਾਨ ਦਿੰਦਾ ਹੈ ਫਿਰ ਉਹਦੀ ਹਰ ਗੱਲ ਸੁਣਦਾ ਹੈ ਪੰਡਤ। ਮਾਲਕ ਦੇਵੈ ਖਾਨ ਤਾ ਚਾਕਰ ਚਾਂਦਨੀ। ਚਾਕਰ ਦਾ ਜਿਹੜਾ ਮਨ ਹੈ, ਨੌਕਰ ਦਾ ਜਿਹੜਾ ਮਨ ਖਿੜਿਆ ਰਹਿੰਦਾ ਹੈ। ਜੇ ਮਾਲਕ ਨੌਕਰ ਨੂੰ ਖਾਣ ਨੂੰ ਦਿੰਦਾ, ਸਮੇਂ ਸਿਰ ਤਨਖਾਹ ਮਿਲ ਜਾਂਦੀ ਹੈ, ਭੋਜਨ ਮਿਲਦਾ ਹੈ, ਸੇਵਾ ਹੁੰਦੀ ਹੈ ਨੌਕਰ ਦੀ, ਫਿਰ ਉਹਦਾ ਮਨ ਖਿੜਿਆ ਰਹਿੰਦਾ ਹੈ, ਮਾਲਕ ਤੇ ਖੁਸ਼ ਰਹਿੰਦਾ ਹੈ। ਹੋਮ ਖੱਟੂ ਹੋਵੇ ਪੁਰਖ ਨਾਰ ਦਿਲ ਮਾਦਨੀ। ਜੇ ਘਰ ਵਾਲਾ ਮਖੱਟੂ ਹੋਵੇ
ਕਹਿਣ ਲੱਗੇ ਫਿਰ ਔਰਤ ਦਾ ਜਿਹੜਾ ਮਨ ਹੈ ਉਹ ਠਹਿਰਦਾ ਨਹੀਂ, ਮਨ ਟਿਕਦਾ ਨਹੀਂ, ਵੀ ਇਹਨੂੰ ਤਾਂ ਪਤਾ ਨਹੀਂ ਵਿਵਹਾਰ ਦਾ, ਦੁਨੀਆਦਾਰੀ ਦਾ, ਇਹ ਤਾਂ ਮਖੱਟੂ ਹੈ। ਔਰਤ ਦਾ ਮਨ ਜਿਹੜਾ ਹੈ ਫਿਰ ਝੁਰਦਾ ਰਹਿੰਦਾ ਹੈ। ਦੇਖਾ ਦੇਖੀ ਰੀਤ ਸਭਨ ਮਨ ਭਾਵਦੀ। ਸਤਿਗੁਰੂ ਜੀ ਕਹਿੰਦੇ ਰੀਤ ਦੇਖਾ ਦੇਖੀ ਹੈ ਭਾਈ, ਦੇਖਾ ਦੇਖੀ ਰੀਤ ਜਿਹੜੀ ਹੈ ਸਭਨਾਂ ਨੂੰ ਭਾਉਂਦੀ ਹੈ। ਇੱਕ ਦੂਜੇ ਦੇ ਮਗਰ ਲੱਗ ਕਰਕੇ ਲੋਕ ਕਿੰਨਾ ਕਿੰਨਾ ਖਰਚ ਕਰ ਲੈਂਦੇ, ਫਿਰ ਕਰਜ਼ਾਈ ਹੋ ਜਾਂਦੇ, ਫਿਰ ਜਿਹੜਾ ਜੀਵਨ ਹੈ ਉਹ ਦੁਖਦਾਈ ਹੋ ਜਾਂਦਾ। ਦਿਖਾਵਾ ਜਿਹੜਾ ਹੈ ਦੁੱਖ ਜਮਾ ਆਵਾ, ਦੁੱਖਾਂ ਨੂੰ ਆਪਣੇ ਘਰ ਵਿੱਚ ਸੱਦਣਾ। ਜਿੰਨਾ ਜੀਵ ਦਿਖਾਵਾ ਕਰਦਾ ਹੈ ਦਿਖਾਵੇ ਨਾਲ ਹੀ ਫਿਰ ਦੁਖੀ ਹੁੰਦਾ ਹੈ। ਪਹਿਲਾਂ ਦਿਖਾਵਾ ਕਰਿਆ 19 ਲੱਖ 20 ਲੱਖ 50 ਲੱਖ ਰੁਪਈਆ 4-5 ਘੰਟਿਆਂ ਦੇ ਵਿੱਚ ਫੂਕ ਮਾਰ ਦਿੰਦੇ, ਦਿਖਾਵਾ ਹੀ ਆ, ਔਰ ਫਿਰ ਦੁਖੀ ਹੁੰਦਾ, ਕਰਜ਼ਾਈ ਹੋ ਜਾਂਦਾ। ਕਦੇ ਕੋਈ ਗਰੀਬ ਫਾਹਾ ਲੈ ਕੇ ਨਹੀਂ ਮਰਦਾ, ਫਾਹਾ ਲੈ ਕੇ ਉਹੀ ਮਰਦਾ ਜਿਹੜਾ ਫੁਗਰਪੁਣਾ ਕਰਦਾ। ਪਹਿਲਾਂ ਜਿਹਨੇ ਉਡਾਇਆ, ਫੁਗਰਪੁਣਾ ਕੀਤਾ, ਕਰਜ਼ਾ ਚੁੱਕਿਆ, ਫਿਰ ਫਾਹਾ ਲੈ ਲਿਆ। ਇਸ ਕਰਕੇ ਗਰੀਬ ਕੋਲੇ ਜਿੰਨਾ ਕੁ ਗੁਜ਼ਰਾਨ ਹੁੰਦਾ ਉਹਨੇ ਉਨਾ ਕੀ ਕਰਨਾ। ਉਹ ਕਿਉਂ ਫਾਹਾ ਲੈ, ਉਹਨੂੰ ਪਤਾ ਵੀ ਮੇਰਾ ਇੰਨੇ ਕੁ ਨਾਲ ਸਰੀ ਜਾਂਦਾ, ਗੁਜ਼ਾਰਾ ਮੇਰਾ ਹੋ ਹੀ ਜਾਂਦਾ। ਜਿਹਨੇ ਲੰਮੀ ਛਾਲ ਮਾਰੀ ਹੈ ਫਿਰ ਉਹਨੇ ਗਿਰਨਾ ਹੈ। ਮਹਾਰਾਜ ਜੀ ਕਹਿੰਦੇ ਦੇਖਾ ਦੇਖੀ ਰੀਤ ਹੈ, ਇੱਕ ਦੂਜੇ ਵੱਲ ਦੇਖ ਕੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਲੋਕ ਗਲ ਫਾਹਾ ਲੈਂਦੇ ਹਨ। ਸਿੱਖੋ ਸੱਚੀ ਸਤਿਗੁਰ ਪ੍ਰੀਤ ਸਦਾ ਹੀ ਭਾਵਦੀ। ਜਿਨ੍ਹਾਂ ਦੇ ਹਿਰਦੇ ਅੰਦਰ ਗੁਰਸਿੱਖੋ ਸੱਚੀ ਪ੍ਰੀਤ ਹੈ, ਸੱਚੀ ਪ੍ਰੀਤ ਸਤਿਗੁਰੂ ਨੂੰ ਪਾਉਂਦੀ ਹੈ। ਕਿਉਂਕਿ ਪਿੱਛੇ ਜਿੰਨੀਆਂ ਦਸੀਆਂ ਮਹਾਰਾਜ ਜੀਆਂ ਨੇ ਮੌਕਾ ਪ੍ਰਸਤੀ ਮਤਲਬ ਦੀਆਂ ਗੱਲਾਂ, ਜਿਨ੍ਹਾਂ ਨੇ ਸੱਚੀ ਪ੍ਰੀਤ ਉਹ ਤਾਂ ਫਿਰ 12 ਮਹੀਨੇ 30 ਦਿਨ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਦਾ ਨਿਤਨੇਮ ਹੈ, ਪਰਪੱਕਤਾ ਹੈ, ਹਿਰਦੇ ਅੰਦਰ ਪ੍ਰੇਮ ਹੈ, ਸ਼ਰਧਾ ਨਾਲ ਉੱਠਦੇ। ਔਰ ਜਿਨ੍ਹਾਂ ਨੂੰ ਕੰਮ ਹੁੰਦਾ ਹੈ, ਜਿਨ੍ਹਾਂ ਨੂੰ ਕੋਈ ਆਸ ਹੋਵੇ ਵੀ ਅੱਜ ਸਵਖਤੇ ਉੱਠ ਕੇ ਜਾਈਏ। ਹੁਣ ਕਈਆਂ ਨੇ ਕੋਈ ਮਹਾਤਮ ਦਿਨ ਦਾ ਹੁੰਦਾ ਉਦੋਂ ਉੱਠ ਕੇ ਆਉਣਾ, ਕਈਆਂ ਨੇ ਐਤਵਾਰ ਵਾਲੇ ਦਿਨ ਆਉਣਾ, ਕਈਆਂ ਨੇ ਸੰਗਰਾਂਦ ਵਾਲੇ ਦਿਨ ਆਉਣਾ, ਫਿਰ ਸਾਰਾ ਮਹੀਨਾ ਨਹੀਂ ਆਉਣਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਹੈ, ਸੱਚੀ ਪ੍ਰੀਤ ਪਰਮੇਸ਼ਰ ਨੂੰ ਪਾਉਂਦੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਦੁਨੀਆ ਦੀ ਪ੍ਰੀਤ ਜਿਹੜੀ ਹੈ ਉਹਨਾਂ ਨੂੰ ਫਿਰ ਝੂਠੀ ਲੱਗਦੀ, ਉਹਨਾਂ ਨੇ ਸੱਚੀ ਪ੍ਰੀਤ ਪਾਰ ਬ੍ਰਹਮ ਪਰਮੇਸ਼ਰ ਨਾਲ ਜੋੜ ਲਈ। ਉਹਨਾਂ ਦੇ ਜੀਵਨ ਦਾ ਜਿਹੜਾ ਸੀ ਨੇਮ ਬਣ ਗਿਆ, ਅੰਮ੍ਰਿਤ ਵੇਲੇ ਉੱਠ ਕਰਕੇ ਉਹਨਾਂ ਨੇ ਇਸ਼ਨਾਨ ਕਰਨਾ, ਧਿਆਨ ਵਿੱਚ ਬੈਠਣਾ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ ਹੈ। ਇਹ ਸੱਚੀ ਪ੍ਰੀਤ ਹੈ। ਔਰ ਜਿਹੜੇ ਮਤਲਬ ਪ੍ਰਸਤ ਨੇ ਉਹਨਾਂ ਨੂੰ ਆਲਸ ਪੈ ਜਾਂਦੀ, ਕੋਈ ਗੱਲ ਨਹੀਂ ਵੀ ਉੱਠੀ ਜਾਵਾਂਗੇ, ਹੌਲੀ ਹੌਲੀ ਉੱਠਾਂਗੇ, ਔਰ ਉਹਨਾਂ ਨੂੰ ਆਲਸ ਦਲਿੱਦਰ ਘੇਰ ਲੈਂਦਾ। ਸੱਚੀ ਪ੍ਰੀਤ ਵਾਲੇ ਪ੍ਰਭੂ ਭਗਤੀ ਵਿੱਚ ਜੁੜਦੇ ਹਨ, ਪਰਮੇਸ਼ਰ ਦੀ ਖੁਸ਼ੀ ਲੈਂਦੇ ਹਨ। ਭਾਈ ਮੇਰਾ ਸਿੱਖ ਸੁਣੋ ਸਭ ਕਾਮ ਦੀ। ਇਹ ਭਾਈ ਸਾਡਾ ਗੁਰਸਿੱਖ ਹਮੇਸ਼ਾ ਸਾਡੇ ਮਨ ਨੂੰ ਭਾਉਂਦਾ ਹੈ, ਔਰ ਸਦਾ ਹੀ ਉਹਦੇ ਹਿਰਦੇ ਅੰਦਰ ਸੱਚੀ ਪ੍ਰੀਤ ਹੈ। ਨਿਤ ਜਗ ਫਲ ਦਾਨ ਹੋਤ ਸਿਦਕ ਗੁਰ ਧਾਮ ਦੀ। ਔਰ ਉਹਨਾਂ ਦਾ ਕੀਤਾ ਹੋਇਆ ਨੇਮ ਫਲਦਾਇਕ ਹੈ, ਔਰ ਸਦਾ ਹੀ ਉਹਨਾਂ ਦਾ ਸਿਦਕ ਹੈ, ਉਹਨਾਂ ਦੇ ਹਿਰਦੇ ਅੰਦਰ ਪਰਪੱਕਤਾ ਹੈ, ਔਰ ਗੁਰੂ ਘਰ ਦੇ ਪ੍ਰਤੀ ਉਹਨਾਂ ਦੇ ਹਿਰਦੇ ਅੰਦਰ ਪ੍ਰੇਮ ਹੈ। ਪਹਿਰ ਰਾਤ ਇਸ਼ਨਾਨ ਸਦਾ ਹੀ ਭਾਵਦੀ। ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨਾ ਗੁਰਸਿੱਖਾਂ ਦੇ ਮਨ ਨੂੰ ਪਾਉਂਦਾ ਹੈ, ਔਰ ਉਹ ਪਰਮੇਸ਼ਰ ਨਾਲ ਉਹਨਾਂ ਦੀ ਸੱਚੀ ਪ੍ਰੀਤ ਹੈ, ਔਰ ਸਦਾ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ। ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਦੇ ਹਨ। ਅਸਮੇਤ ਗੋਮੇਦ ਘਟੀ ਘਟ ਜਾਵਦੀ।
ਔਰ ਜਦੋਂ ਇੱਕ ਘੜੀ ਲੰਘ ਜਾਏ, ਕਹਿਣ ਲੱਗੇ ਪਹਿਰ ਰਾਤ ਰਹਿੰਦਿਆਂ ਇੱਕ ਘੜੀ ਅੱਗੇ ਬਤੀਤ ਹੋ ਗਈ, ਫਿਰ ਅਸ਼ਮੇਧ ਜੱਗ ਦਾ ਜਿਹੜਾ ਫਲ ਮਿਲਦਾ ਹੈ, ਗੋਮੇਧ ਜੱਗ ਦਾ ਫਲ ਮਿਲਦਾ ਹੈ। ਤੀਜੀ ਅਗਨ ਹੁਤ ਸਟੋਮ ਜੋਤ ਮਾਵਦੀ। ਦੂਸਰੀ ਘੜੀ ਲੰਘਿਆ, ਕਹਿਣ ਲੱਗੇ ਗਊ ਦਾਨ ਕਰਨ ਦਾ ਜਿਹੜਾ ਫਲ ਮਿਲਦਾ ਹੈ। ਔਰ ਜਦੋਂ ਤੀਜੀ ਘੜੀ ਲੰਘ ਜਾਏ, ਫਿਰ ਕਹਿਣ ਲੱਗੇ ਉਹਨਾਂ ਨੂੰ ਇੱਕ ਜੱਗ ਹੁੰਦਾ ਹੈ, ਹੋਮ ਸ੍ਰੇਸ਼ਟ ਜੱਗ, ਉਸ ਜੱਗ ਦਾ ਜਿਹੜਾ ਫਲ ਮਿਲਦਾ ਹੈ। ਸਵਰਨ ਚਾਂਦੀ ਦੂਧ ਤਾਂਬਾ ਦੇ ਸਾਵਦੀ। ਔਰ ਜਦੋਂ 4 ਘੜੀਆਂ ਸਮਾਂ ਲੰਘ ਜਾਏ, ਫਿਰ ਜਿਵੇਂ ਸੋਨਾ ਦਾਨ ਕਰਨਾ, ਚਾਂਦੀ ਦਾਨ ਕਰਨੀ, ਦੁੱਧ ਤਾਂਬਾ ਦਾਨ ਕਰਨਾ, ਕਹਿਣ ਲੱਗੇ ਇਹਦਾ ਫਲ ਮਿਲਦਾ ਹੈ। ਰਸਮ ਦੇਖ ਜਲ ਦਾਨ ਪਾਪ ਹਨ ਜਾਮਦੀ। ਇੱਕ ਕਹਿਣ ਲੱਗੇ ਜਦੋਂ ਫਿਰ 6 ਘੜੀਆਂ ਦਾ ਸਮਾਂ ਬਤੀਤ ਹੋ ਜਾਏ, ਫਿਰ ਜਲ ਦਾਨ ਦਾ ਜਿਹੜਾ ਫਲ ਹੈ ਉਹ ਮਿਲਦਾ ਹੈ। ਹੋਏ ਪਵਿੱਤਰ ਕਾਇਆ ਨਹਾਏ ਦੁਪਹਿਰ ਜੋ। ਜਿਹੜਾ ਦਿਨ ਚੜ੍ਹੇ ਨਹਾਉਂਦਾ ਹੈ, ਜਦੋਂ ਧੁੱਪ ਚੜ੍ਹ ਜਾਏ, ਕਹਿੰਦੇ ਫਿਰ ਉਹਨੇ ਤਾਂ ਕੇਵਲ ਆਪਣਾ ਤਨ ਹੀ ਧੋਣਾ ਹੈ, ਕੇਵਲ ਆਪਣੇ ਤਨ ਧੋਣ ਵਾਸਤੇ ਹੀ ਉਹ ਇਸ਼ਨਾਨ ਕਰਦਾ ਹੈ। ਤੀਜੇ ਮਲੇਛ ਇਸ਼ਨਾਨ ਚਤੁਰਥੇ ਕਹਿਰ ਜੋ। ਜਿਹੜਾ ਤੀਸਰੇ ਪਹਿਰ ਨਹਾਉਂਦਾ ਉਹ ਤਾਂ ਫਿਰ ਮਲੇਸ਼ ਇਸ਼ਨਾਨ ਹੈ। ਰਾਤ ਰਾਖਸੀ ਨਹਾਏ ਅਰਤ ਹੋਏ ਪਾਤਕੀ। ਰਾਤ ਵੇਲੇ ਮਹਾਰਾਜ ਜੀ ਕਹਿੰਦੇ ਰਾਖਸੀ ਇਸ਼ਨਾਨ ਹੈ, ਰਾਤ ਵੇਲੇ ਤਾਂ ਰਾਖਸ਼ ਨਹਾਉਂਦੇ ਹਨ। ਹਿੰਸਾ ਸਭ ਕੀ ਪਾਪ ਜਲ ਕਾਲ ਨਾ ਸ਼ਾਂਤ ਕੀ। ਮਨ ਵਿੱਚ ਹਿੰਸਾ ਜਿਹੜੀ ਹੈ, ਜਦੋਂ ਰਾਜਸੀ ਕਹਿਣ ਲੱਗੇ ਜਦੋਂ ਰਾਖਸ਼ੀ ਬਿਰਤੀ ਹੈ ਹਿਰਦੇ ਅੰਦਰ, ਫਿਰ ਮਨ ਵਿੱਚ ਜਿਹੜੀ ਹੈ ਉਹ ਹਿੰਸਾ ਦਾ ਪ੍ਰਭਾਵ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇਹ ਨੇਮ ਕੀ ਰੀਤ ਨਾਏ ਭਜ ਨਾਮ, ਨਾਏ ਭਜ ਨਾਮ ਕੋ। ਨੇਮ ਦੀ ਰੀਤ ਤਾਂ ਸਤਿਗੁਰੂ ਜੀ ਕਹਿੰਦੇ ਇਹ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ ਔਰ ਨਾਮ ਭਜਦਾ ਹੈ। ਜਿਹਨੇ ਉੱਠ ਕੇ ਇਸ਼ਨਾਨ ਕੀਤਾ, ਪ੍ਰਭੂ ਬੰਦਗੀ ਵਿੱਚ ਬਹਿ ਗਿਆ ਚੌਂਕੜਾ ਮਾਰ ਕਰਕੇ, ਸੱਚਾ ਨੇਮ ਸਤਿਗੁਰੂ ਜੀ ਕਹਿੰਦੇ ਇਹ ਹੈ। ਹੁਆ ਜਗਤ ਤੇ ਪਾਰ ਸੱਚ ਬ੍ਰਤ ਰਾਮ ਕੋ। ਔਰ ਉਹ ਫਿਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਉਹਦੀ ਬਿਰਤੀ ਜਿਹੜੀ ਹੈ ਉਹ ਸੱਚ ਨਾਲ ਜੁੜ ਜਾਂਦੀ ਹੈ। ਜਦੋਂ ਸੱਚ ਦਾ ਆਸਰਾ ਲੈਂਦਾ ਹੈ, ਫਿਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਹੋਰ ਕਪਟ ਕੀ ਰੀਤ ਜੋ ਆਲ ਜੰਜਾਲ ਕੀ। ਬਾਕੀ ਤਾਂ ਕਪਟ ਵਾਲੀ ਰੀਤ ਹੈ, ਜੰਜਾਲ ਹਨ ਸੰਸਾਰ ਦੇ। ਜਿੰਨੀ ਕਾਮਨਾ ਲੈ ਕਰਕੇ ਇਸ਼ਨਾਨ ਕਰਨਾ, ਮਹਾਰਾਜ ਜੀ ਕਹਿੰਦੇ ਇਹ ਤਾਂ ਜਗਤ ਦੇ ਜੰਜਾਲ ਹਨ। ਅਰਕੇ ਕੁੰਡੀ ਜਲਨ ਨਾਮ ਸੰਭਲ ਕੀ। ਮਹਾਰਾਜ ਜੀ ਕਹਿੰਦੇ ਅਰਗੇ ਕੁੰਡੀ ਜਾਲ, ਮੰਤਰ ਪੜ੍ਹ ਕੇ ਭਾਵ ਡੋਲ ਕੇ ਹਨ। ਕੁੰਡੀ ਜਾਲ ਲਾਉਣੇ, ਮਨ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ, ਜਿਹੜੇ ਕਈ ਤਰ੍ਹਾਂ ਦੀ ਭਾਵਨਾ ਲੈ ਕਰਕੇ ਫਿਰ ਇਸ਼ਨਾਨ ਕਰਨਾ। ਸਤਿਗੁਰ ਹੋਏ ਦਿਆਲ ਪ੍ਰਿਤ ਰਹਿ ਸੱਚ ਕੀ। ਜਦੋਂ ਸਤਿਗੁਰੂ ਕਿਰਪਾ ਕਰਦਾ ਹੈ, ਫਿਰ ਬਿਰਤੀ ਜਿਹੜੀ ਹੈ ਉਹ ਸੱਚ ਨਾਲ ਜੁੜਦੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਜਦੋਂ ਸਤਿਗੁਰੂ ਦਇਆਲ ਹੁੰਦਾ ਹੈ, ਫਿਰ ਦੇਹੀ ਨੂੰ ਸਦਾ ਹੀ ਸੁਖ ਹੈ। ਸਤਿਗੁਰੂ ਦਇਆਲ ਹੋਵੇ, ਫਿਰ ਮਨ ਦੀ ਜਿਹੜੀ ਭਾਵਨਾ ਪੂਰੀ ਹੋ ਜਾਂਦੀ, ਮਨ ਭਟਕਦਾ ਨਹੀਂ ਹੈ। ਬਿਰਤੀ ਜਿਹੜੀ ਹੈ ਉਹ ਸੱਚ ਨਾਲ ਜੁੜਦੀ ਹੈ। ਸੱਚਾ ਜਗ ਵਿਵਹਾਰ ਤਰੇ ਸਭ ਕੱਚ ਕੀ।
ਜਗਤ ਦਾ ਵਿਵਹਾਰ ਜਿਹੜਾ ਹੈ ਉਹ ਸੱਚਾ ਕਰੇ। ਜਗਤ ਦੇ ਵਿੱਚ ਵਿਵਹਾਰ ਕਰਨਾ ਹੈ, ਜਗਤ ਦੇ ਵਿੱਚ ਵਰਤਣਾ ਹੈ ਸੱਚ ਦਾ ਆਸਰਾ ਲੈ ਕਰਕੇ, ਝੂਠ ਦਾ ਆਸਰਾ ਨਹੀਂ। ਕਿਉਂਕਿ ਅੱਜ ਪਸਾਰਾ ਜਿਹੜਾ ਹੈ ਝੂਠ ਦਾ ਹੈ। ਹਰ ਕੋਈ ਝੂਠ ਦੇ ਆਸਰੇ ਜਿਉਣਾ ਚਾਹੁੰਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਵਿਵਹਾਰ ਹੈ ਜੀਵਨ ਦਾ, ਸੱਚ ਨੂੰ ਆਧਾਰ ਬਣਾ ਕਰਕੇ ਆਪਣਾ ਵਿਵਹਾਰ ਕਰੇ। ਔਰ ਜਿਹੜਾ ਸੱਚ ਨੂੰ ਆਧਾਰ ਬਣਾ ਕੇ ਆਪਣਾ ਵਿਵਹਾਰ ਕਰਦਾ ਹੈ, ਉਸ ਵਿਵਹਾਰ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਆਪਣੀ ਦੁਕਾਨ ਤੇ ਬੈਠਿਆ, ਆਪਣੇ ਬਿਜ਼ਨਸ ਵਿੱਚ ਬੈਠਿਆ, ਆਪਣਾ ਕੰਮਕਾਰ ਕਰਦਿਆਂ ਜਿਹਨੇ ਆਧਾਰ ਸੱਚ ਬਣਾਇਆ, ਉਹਦੇ ਵਿੱਚ ਬਰਕਤ ਵੀ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਜਗਤ ਦਾ ਜਿਹੜਾ ਵਿਵਹਾਰ ਹੈ, ਸੰਸਾਰੀ ਜੀਵਾਂ ਦੇ ਨਾਲ ਧੋਖਾ ਕਰਨਾ, ਠੱਗੀ ਕਰਨੀ, ਫਰੇਬ ਕਰਨਾ, ਕਿਸੇ ਦਾ ਪੈਸਾ ਮਾਰ ਲੈਣਾ, ਮਹਾਰਾਜ ਜੀ ਕਹਿੰਦੇ ਸੱਚ ਦਾ ਵਿਵਹਾਰ ਨਹੀਂ ਹੈ, ਇਹ ਝੂਠਾ ਵਿਵਹਾਰ ਹੈ। ਜਿਹੜਾ ਸੱਚ ਦਾ ਵਿਵਹਾਰ ਆਸਰਾ ਲੈ ਕਰਕੇ ਸੱਚ ਦਾ ਤੁਰਦਾ ਹੈ, ਉਹਦੇ ਵਿਵਹਾਰ ਦੇ ਵਿੱਚ ਮਹਾਰਾਜ ਜੀ ਕਿਰਪਾ ਕਰਦੇ, ਬਰਕਤ ਪੈਂਦੀ ਹੈ। ਤਜੈ ਸਭ ਕੱਚ ਕੀ, ਕੱਚ ਵਾਲੀ ਬਿਰਤੀ ਜਿਹੜੀ ਹੈ, ਕੂੜ ਵਾਲੀ ਬਿਰਤੀ, ਧੋਖਾ, ਠੱਗੀ, ਫਰੇਬ ਤਜ ਦੇਣਾ ਚਾਹੀਦਾ ਹੈ, ਇਹਦਾ ਤਿਆਗ ਕਰਨਾ ਚਾਹੀਦਾ ਹੈ। ਭਾਈ ਜਗ ਤਰਨਾ ਹੈ, ਸੁਗਮ ਤਮਾਸ਼ਾ ਵਿਸ਼ਨ ਕਾ। ਜਗਤ ਨੂੰ ਤਰਨਾ ਹੈ, ਤਰਿਆ ਤਾਂ ਜਾਣਾ ਜਦੋਂ ਜਗਤ ਨੂੰ ਪਰਮੇਸ਼ਰ ਦੀ ਖੇਡ ਜਾਣੇਗਾ। ਵਿਸ਼ਨ ਪਰਮੇਸ਼ਰ, ਇਹ ਤਾਂ ਪਰਮੇਸ਼ਰ ਦਾ ਤਮਾਸ਼ਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖ ਨਾਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ੇ ਦੀ ਨਿਆਈ, ਇੱਕ ਖੇਡ ਹੈ। ਇਸ ਕਰਕੇ ਜਿਹੜਾ ਇਹਨੂੰ ਤਮਾਸ਼ਾ ਜਾਣਦਾ ਹੈ, ਖੇਡ ਜਾਣਦਾ ਹੈ, ਉਹਨੂੰ ਸਮਝ ਆ ਜਾਂਦੀ, ਸੁਖੈਣ ਤਰੀਕੇ ਦੇ ਨਾਲ ਇਸ ਜਗਤ ਤੋਂ ਤਰ ਜਾਂਦਾ ਹੈ। ਰਹਿ ਕਿਆ ਮੈਂ ਧਿਆਨ, ਦਾਸ ਨਹਿ ਸਿਸਨ ਕਾ। ਆਪਣੀ ਕਿਰਿਆ ਦੇ ਵਿੱਚ ਧਿਆਨ ਰੱਖਣਾ, ਕਿਉਂਕਿ ਜਿਹੜਾ ਤੇਰਾ ਨਿਯਮ ਹੈ, ਜਿਹੜਾ ਤੇਰਾ ਨੇਮ ਹੈ, ਜਿਸ ਮਨੋਰਥ ਵਾਸਤੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ, ਇਹ ਤੇਰੇ ਜੀਵਨ ਦੀ ਕਿਰਿਆ ਹੈ, ਤੇਰੇ ਜੀਵਨ ਦਾ ਕੰਮ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਤੇਰਾ ਕੰਮ ਇਹ ਹੈ, ਇਹ ਤੇਰੀ ਕਿਰਿਆ ਹੈ। ਸਤਿਗੁਰੂ ਜੀ ਕਹਿੰਦੇ ਕਿਰਿਆ ਦੇ ਵਿੱਚ ਆਪਣੀ ਬਿਰਤੀ ਜੋੜ ਕਰਕੇ ਰੱਖਣੀ। ਹਮੇਸ਼ਾ ਇਹੀ ਤੇਰੀ ਜਗਤ ਦੀ ਕਿਰਿਆ ਹੈ। ਸੰਸਾਰ ਵਿੱਚ ਰਹਿੰਦਿਆਂ ਧਿਆਨ ਜਿਹੜਾ ਹੈ ਕਿਰਿਆ ਵਿੱਚ ਰਹੇ। ਦਾਸ ਨਹਿ ਸਿਸਨ ਕਾ, ਇੰਦਰੀਆਂ ਦਾ ਦਾਸ ਨਾ ਬਣੇ। ਸਿਸਨ ਸਾਡੇ ਚੇਲੇ, ਸਾਡੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਹਨ, ਨੇਤਰ, ਰਸਨਾ, ਕੰਨ, ਕਹਿਣ ਲੱਗੇ ਇਹਨਾਂ ਦਾ ਦਾਸ ਨਹੀਂ ਬਣਨਾ, ਸਿਸਨ ਦਾ ਦਾਸ ਨਹੀਂ, ਸਗੋਂ ਇਹਨਾਂ ਨੂੰ ਆਪਣਾ ਦਾਸ ਬਣਾਉਣਾ। ਕਿਉਂਕਿ ਮਨ ਇਹਨਾਂ ਦਾ ਦਾਸ ਬਣ ਜਾਂਦਾ। ਅੱਖਾਂ ਦੇਖਦੀਆਂ, ਮਨ ਦੇ ਵਿੱਚ ਫਿਰ ਕਈ ਤਰ੍ਹਾਂ ਦੇ ਫੁਰਨੇ। ਅੱਖੀਂ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਨ ਤੈ ਹਾਸੇ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਨਾਸਕਾ ਵਾਸਨਾ ਲੈ ਕੇ ਨਹੀਂ ਰੱਜਦੀ, ਅੱਖਾਂ ਰੂਪ ਦੇਖ ਕੇ ਨਹੀਂ ਰੱਜਦੀਆਂ, ਰਸਨਾ ਜਿਹੜੀ ਹੈ ਸਵਾਦ ਚੱਖਦਿਆਂ ਨਹੀਂ ਰੱਜਦੀ। ਇਹ ਚੇਲੀਆਂ ਨੇ ਸਰੀਰ ਦੀਆਂ, ਮਨ ਦੀਆਂ। ਕਿੱਥੇ ਮਨ ਇਹਨਾਂ ਦਾ ਚੇਲਾ ਬਣ ਜਾਂਦਾ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਚੇਲਾ ਨਹੀਂ ਬਣਨਾ, ਇਹਨਾਂ ਨੂੰ ਆਪਣੇ ਵੱਸ ਵਿੱਚ ਰੱਖਣਾ ਹੈ, ਇਹਨਾਂ ਨੂੰ ਆਪਣੇ ਸੇਵਕ ਬਣਾ ਕਰਕੇ ਰੱਖਣਾ, ਨਾ ਕਿ ਇਹਨਾਂ ਦਾ ਦਾਸ ਬਣਨਾ ਹੈ। ਇਹਾ ਜੁਗਤ ਵਰਤਨੀ ਅਲੱਗ ਵਰਤਣਾ। ਸੰਸਾਰ ਦੇ ਵਿੱਚ ਜਿਹੜਾ ਇਸ ਜੁਗਤ ਦੁਆਰਾ ਆਪਣਾ ਜੀਵਨ ਬਤੀਤ ਕਰਦਾ ਹੈ, ਉਹਦਾ ਵਰਤਣਾ ਸੰਸਾਰ ਤੋਂ ਅਲੱਗ ਹੈ। ਇਹ ਸੁਚੱਜੀ ਜੁਗਤ ਹੈ। ਕਿਰਿਆ, ਆਪਣੀ ਕਿਰਿਆ ਤੇ ਧਿਆਨ ਰੱਖਣਾ, ਆਪਣੇ ਕੰਮ ਤੇ ਧਿਆਨ ਰੱਖਣਾ। ਜਿਸ ਕੰਮ ਵਾਸਤੇ ਤੂੰ ਆਇਆ, ਇਹ ਨਹੀਂ ਵੀ ਆਪਣੀਆਂ ਇੰਦਰੀਆਂ ਦਾ ਦਾਸ ਬਣਿਆ ਰਹੇ, ਆਪਣੀਆਂ ਇੰਦਰੀਆਂ ਦਾ ਸੇਵਕ ਬਣਿਆ ਰਹੇ ਔਰ ਇਹਨਾਂ ਦੇ ਪਿੱਛੇ ਹੀ ਦੌੜਿਆ ਫਿਰਦਾ ਰਹੇ। ਕਹਿਣ ਲੱਗੇ ਇਹ ਸੱਚ ਵਰਤਣੀ ਹੈ,
ਜਿਹੜਾ ਇਸ ਜੁਗਤ ਨੂੰ ਜਾਣ ਲੈਂਦਾ ਹੈ। ਇਹੀ ਜਗਤ ਕਾ ਮੇਲ, ਪਰ ਕਾ ਦਿਲ ਪਰਚਣਾ। ਜਗਤ ਦਾ ਮੇਲ ਇਹ ਹੈ ਮਹਾਰਾਜ ਜੀ ਕਹਿੰਦੇ, ਜਿਹੜਾ ਇੰਦਰੀਆਂ ਦੇ ਵਿੱਚ ਪਰਚਿਆ ਰਹਿੰਦਾ ਹੈ, ਜਗਤ ਦੇ ਨਾਲ ਮਿਲਿਆ ਰਹਿੰਦਾ, ਜਗਤ ਵਿੱਚ ਹੀ ਰਹਿ ਜਾਂਦਾ। ਜਗਤ ਤੋਂ ਤਰਨਾ ਹੈ ਮਨੁੱਖਾ ਜੀਵਨ ਦੇ ਦੁਆਰਾ। ਮਨੁੱਖਾ ਜੀਵਨ ਇੱਕ ਸਾਧਨ ਹੈ, ਸਰੀਰ ਸਾਡੀ ਗੱਡੀ ਹੈ, ਔਰ ਇਸ ਗੱਡੀ ਦੇ ਰਾਹੀਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਪਰਮੇਸ਼ਰ ਨੇ ਸਾਨੂੰ ਇਹ ਸਾਧਨ ਦਿੱਤਾ ਹੈ, ਇਸ ਸਾਧਨ ਦੇ ਦੁਆਰਾ ਤੂੰ ਸੱਚ ਤੱਕ ਪਹੁੰਚ ਸਕੇ, ਇਹ ਤੇਰੀ ਕਿਰਿਆ ਹੈ। ਔਰ ਜਿਹੜਾ ਇਸ ਜਗਤ ਦੀ ਖੇਡ ਵਿੱਚ ਹੀ ਲੁਭਾਇਮਾਨ ਹੋ ਗਿਆ, ਫਿਰ ਜਗਤ ਦੇ ਵਿੱਚ ਹੀ ਮਿਲ ਕੇ ਰਹਿ ਜਾਂਦਾ ਹੈ, ਆਵਾਗਾਉਣ ਭਵ ਸਾਗਰ ਦੇ ਵਿੱਚ ਗੋਤੇ ਖਾਂਦਾ ਹੈ। ਜਿਉ ਚੌਪੜ ਸ਼ਤਰੰਜ, ਕੰਛ ਪਰ ਰਾਮ ਤੋਗ। ਚੌਪੜ ਦੀ ਖੇਡ ਜਿਹੜੀ ਹੈ, ਔਰ ਜਿਹੜੀ 12 ਟਾਹਣੀ ਹੈ, ਇਸ ਤਰ੍ਹਾਂ ਇਹ ਜਿਹੜੀਆਂ ਖੇਡਾਂ ਹਨ, ਸ਼ਤਰੰਜ ਦੀ ਖੇਡ ਹੈ, ਮਨ ਪਰਚਾਵਾ ਹੈ ਸਾਰੀ ਖੇਡ। ਇਸ ਖੇਡ ਦੇ ਵਿੱਚੋਂ ਮਿਲਦਾ ਤਾਂ ਕੁਝ ਨਹੀਂ, ਕੇਵਲ ਇੱਕ ਮਨ ਪਰਚਾਵਾ ਹੁੰਦਾ ਹੈ। ਲਾਭ ਨਾਹੀ ਕੁਛ ਰੰਚ, ਤਿਉ ਹੀ ਇਹ ਮਨ ਤੇ ਸ਼ੌਕ। ਇਹਨਾਂ ਦੇ ਵਿੱਚੋਂ ਕੋਈ ਲਾਭ ਨਹੀਂ ਮਿਲਦਾ। ਜਿਹੜੀ ਸ਼ਤਰੰਜ ਦੀ ਖੇਡ ਹੋਵੇ, ਚੌਪੜ ਦੀ ਖੇਡ ਹੋਵੇ, ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਕੋਈ ਲਾਭ ਨਹੀਂ ਹੈ, ਕੇਵਲ ਇੱਕ ਮਨ ਦਾ ਸ਼ੌਂਕ ਹੈ। ਇਸ ਕਰਕੇ ਜਿਹੜਾ ਸੰਸਾਰ ਦੀ ਖੇਡ ਹੈ, ਜਦੋਂ ਮਨ ਸੰਸਾਰ ਵਿੱਚ ਲੁਭਾਇਮਾਨ ਹੋ ਜਾਂਦਾ ਹੈ, ਫਿਰ ਸੰਸਾਰ ਤੱਕ ਹੀ ਰਹਿ ਜਾਂਦਾ ਹੈ, ਨਿਰੰਕਾਰ ਤੱਕ ਆਪਣੀ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਦਾ। ਚੌਪਈ ਪ੍ਰੇਮ ਬਿਨਾ ਸਭ ਫੋਕੇ ਕਾਮ। ਪ੍ਰੇਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਜਿੰਨੇ ਕੰਮ ਨੇ ਵਿਅਰਥ ਹਨ, ਜੇ ਵਿੱਚ ਪ੍ਰੇਮ ਨਹੀਂ ਹੈ। ਪ੍ਰੇਮ ਤੋਂ ਬਿਨਾ ਕੀਤਾ ਹੋਇਆ ਭਜਨ, ਪ੍ਰੇਮ ਤੋਂ ਬਿਨਾ ਕੀਤਾ ਹੋਇਆ ਕਰਮ, ਮਹਾਰਾਜ ਜੀ ਕਹਿੰਦੇ ਉਹ ਕਰਮ ਕਾਂਡ ਬਣ ਜਾਂਦਾ ਜੇ ਵਿੱਚ ਪ੍ਰੇਮ ਨਹੀਂ। ਸਰੀਰ ਬੈਠਾ ਪਾਠ ਕਰਦਾ, ਮਨ ਹਾਜ਼ਰ ਨਹੀਂ ਹੈ, ਮਹਾਰਾਜ ਜੀ ਕਹਿੰਦੇ ਪ੍ਰੇਮ ਤੋਂ ਬਿਨਾ ਇਹ ਫਿਰ ਕੰਮ ਜਿਹੜਾ ਹੈ ਫੋਕਾ ਹੈ, ਖਾਲੀ ਹੈ, ਕਿਉਂਕਿ ਵਿੱਚ ਪ੍ਰੇਮ ਹੋਣਾ ਜ਼ਰੂਰੀ ਹੈ। ਪ੍ਰੇਮ ਤਾਂ ਪੈਦਾ ਹੁੰਦਾ ਜਦੋਂ ਮੈਂ ਪਰੇ ਹੋਵੇ, ਪਰੇ ਜਮਾ ਮੈਂ, ਹਿਰਦੇ ਅੰਦਰੋਂ ਮੈਂ ਚਲੇ ਗਈ, ਹਿਰਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਪ੍ਰੇਮ ਤੋਂ ਬਿਨਾ ਕੀਤੇ ਹੋਏ ਕੰਮ ਮਹਾਰਾਜ ਜੀ ਕਹਿੰਦੇ ਵਿਅਰਥ ਹਨ। ਪ੍ਰੇਮ ਕਰੈ ਸਿਮਰੈ ਸਤਨਾਮ। ਪ੍ਰੇਮ ਸਹਿਤ ਜਦੋਂ ਸਤਨਾਮ ਦਾ ਸਿਮਰਨ ਕਰਦਾ ਹੈ, ਸੱਚੇ ਨਾਮ ਦਾ ਜਾਪ ਕਰਦਾ ਹੈ ਪ੍ਰੇਮ ਨਾਲ, ਮੇਲ ਸਕਲ ਕੋ ਪ੍ਰੇਮ ਮਹਾਨੋ। ਪ੍ਰੇਮ ਦੇ ਦੁਆਰਾ ਹੀ ਸਾਰਿਆਂ ਦਾ ਮੇਲ ਹੈ। ਜਦੋਂ ਮਿਲਣਾ ਹੈ ਪਰਮੇਸ਼ਰ ਦੇ ਨਾਲ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਭਨਾਂ ਦੇ ਵਿੱਚੋਂ ਪ੍ਰੇਮ ਮਹਾਰਾਜ ਜੀ ਕਹਿੰਦੇ ਮਹਾਨ ਹੈ, ਸਭਨਾਂ ਤੋਂ ਵੱਡਾ ਹੈ। ਪ੍ਰੇਮ ਬਿਨਾ ਸਭ ਕੇਰ ਨਿਦਾਨੋ। ਪ੍ਰੇਮ ਤੋਂ ਬਿਨਾ ਸਾਰੇ ਨਿਦਾਨ ਹਨ, ਸਾਰੇ ਅਣਜਾਣ ਹਨ। ਸਵਈਆ ਜਾ ਤਨ ਪ੍ਰੇਮ ਪ੍ਰਵਾਹ ਬਹੈ, ਸੁਖ ਸੋ ਨਰ ਪਾਵਨ ਵੇਦ ਉਚਾਰੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਪ੍ਰੇਮ ਸਹਿਤ ਜਦੋਂ ਵੇਦ ਸ਼ਾਸਤਰਾਂ ਦਾ ਉਚਾਰਨ ਕਰਦਾ ਹੈ। ਕੰਚਨ ਕਸਬ ਪ੍ਰੇਮ ਬਿਨਾ, ਖੈ ਨਰ ਹਰ ਸੁਤ ਹਿਤ ਕੇ ਵਪਤਾਰੈ। ਹਰਨਾਕਸ਼ ਜਿਹੜਾ ਸੀ ਪ੍ਰੇਮ ਤੋਂ ਸਖਣਾ ਸੀ, ਇਸ ਕਰਕੇ ਪ੍ਰੇਮ ਤੋਂ ਸਖਣਾ ਹੋ ਗਿਆ, ਮਨ ਵਿੱਚ ਹੰਕਾਰ ਆ ਗਿਆ ਵੀ ਮੈਂ ਹੀ ਰੱਬ ਹਾਂ। ਹਰਨਾਕਸ਼ ਦੇ ਹਿਰਦੇ ਅੰਦਰੋਂ ਮਹਾਰਾਜ ਜੀ ਕਹਿੰਦੇ ਪ੍ਰੇਮ ਚਲਿਆ ਗਿਆ, ਔਰ ਉਹਦਾ ਫਿਰ ਪਰਮੇਸ਼ਰ ਨੇ ਵੱਧ ਕੀਤਾ। ਔਰ ਹਰਨਾਕਸ਼ ਦੇ ਪੁੱਤਰ ਪ੍ਰਹਿਲਾਦ ਦਾ ਪ੍ਰੇਮ ਦੇਖ ਕਰਕੇ ਫਿਰ ਨਰਸਿੰਘ ਰੂਪ ਹੋ ਕਰਕੇ ਪਰਮੇਸ਼ਰ ਪ੍ਰਗਟ ਹੋਇਆ, ਕਿਉਂਕਿ ਪ੍ਰਹਿਲਾਦ ਨੂੰ ਭਰੋਸਾ ਸੀ ਪਰਮਾਤਮਾ ਤੇ, ਪ੍ਰੇਮ ਸੀ ਪ੍ਰਹਿਲਾਦ ਦਾ ਪਰਮੇਸ਼ਰ ਦੇ ਨਾਲ। ਇੱਕ ਦੇ ਕੋਲੋਂ ਪਰਮੇਸ਼ਰ ਦੂਰ ਹੋ ਗਿਆ,
ਹਰਨਾਕਸ਼ ਨੂੰ ਮਾਰਿਆ ਪਰਮੇਸ਼ਰ ਨੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਦੇ ਹਿਰਦੇ ਅੰਦਰ ਪ੍ਰੇਮ ਸੀ। ਸੁੱਤ ਹਿੱਤ ਕੇ, ਸੁੱਤ ਦੇ ਪੁੱਤਰ ਵਾਸਤੇ ਕਹਿਣ ਲੱਗੇ, ਪੁੱਤਰ ਦੇ ਹਿੱਤ ਵਾਸਤੇ ਪਰਮੇਸ਼ਰ ਫਿਰ ਨਰਸਿੰਘ ਰੂਪ ਹੋ ਕਰਕੇ ਪ੍ਰਗਟ ਹੋਏ ਹਨ। ਸਿੱਧ 18 ਜਾਹੇ ਅਧੀਨ ਹੈ, ਸਹੰਸਰ ਪੁਜੈ ਤਿਜ ਸੋਨ ਬਿਡਾਰੇ। ਕਹਿਣ ਲੱਗੇ ਸਹੰਸਰ ਬਾਹੂ ਭਾਵੇਂ 18 ਸਿੱਧੀਆਂ ਉਹਨੇ ਪ੍ਰਾਪਤ ਕੀਤੀਆਂ। ਜਮ ਦਗਨ ਰਿਖੀ ਨੂੰ ਮਾਰਿਆ ਸਹੰਸਰ ਬਾਹੂ, ਔਰ ਫਿਰ ਜਮ ਦਗਨ ਰਿਖੀ ਦਾ ਪੁੱਤਰ ਸੀ ਪਰਸ਼ੁਰਾਮ। ਫਿਰ ਪਰਸ਼ੁਰਾਮ ਨੇ ਸਹੰਸਰ ਬਾਹੂ ਨੂੰ ਮਾਰ ਦਿੱਤਾ। ਵੱਡੇ ਤਪੱਸਵੀ ਸਨ, ਕਹਿਣ ਲੱਗੇ ਜਮ ਦਗਨ ਰਿਖੀ ਵੀ ਔਰ ਸਹੰਸਰ ਬਾਹੂ ਵੀ ਔਰ ਪਰਸ਼ੁਰਾਮ ਵੀ। ਪਰ ਕ੍ਰੋਧ ਇੰਨਾ ਸੀ ਕਿ ਮਨ ਦੇ ਵਿੱਚ ਪ੍ਰੇਮ ਨਹੀਂ ਪੈਦਾ ਹੋ ਸਕਿਆ। ਕ੍ਰੋਧ ਦੇ ਵਸ ਹੋ ਕਰਕੇ ਇੱਕ ਦੂਜੇ ਨੂੰ ਹੀ ਮਾਰਦਿਆਂ ਮਰ ਗਏ ਹਨ। ਵੇਦ ਉਚਾਰਤ ਵਿਸ਼ਵਾ ਪੁੱਤਰ ਹੀ, ਪ੍ਰੇਮ ਬਿਨਾ ਸੁਰ ਲੋਕ ਸਿਧਾਰੈ। ਵਿਸ਼ਵਾ ਪੁੱਤਰ ਰਾਵਣ ਕਹਿਣ ਲੱਗੇ, ਰਾਵਣ ਨੇ ਵੇਦਾਂ ਦਾ ਗਿਆਤਾ ਸੀ। ਰਾਵਣ ਜਵਾਨੀ ਕੰਠ ਸਨ ਚਾਰੇ ਵੇਦ, ਚਾਰੇ ਵੇਦ ਪੜ੍ਹਨ ਦੇ ਬਾਵਜੂਦ ਵੀ ਹਿਰਦੇ ਅੰਦਰ ਪ੍ਰੇਮ ਨਹੀਂ ਬਣਿਆ। ਕਹਿਣ ਲੱਗੇ ਰਾਵਣ ਦੇ ਮਨ ਵਿੱਚ ਹੰਕਾਰ ਹੋ ਗਿਆ ਵੀ ਮੈਨੂੰ ਕੌਣ ਮਾਰ ਸਕਦਾ ਹੈ। ਇਸ ਕਰਕੇ ਪ੍ਰੇਮ ਤੋਂ ਬਿਨਾਂ ਸੁਰ ਲੋਕ ਨੂੰ ਗਿਆ। ਰਾਖਸ਼ ਬਿਰਤੀ ਸੀ ਔਰ ਰਾਖਸ਼ਾਂ ਵਾਲੀ ਜੂਨ ਜਿਹੜੀ ਆ ਉਹ ਭੋਗੀ ਹੈ। ਪੁਲਕਤ ਗਾਤ ਅਨਾਹਤ ਬਾਤ ਸਪੂਲਨ ਆਨ ਕਹ ਚਿਤ ਪ੍ਰਾਨੀ। ਇਸ ਕਰਕੇ ਹਮੇਸ਼ਾ ਹਿਰਦੇ ਅੰਦਰ ਪ੍ਰੇਮ ਪੈਦਾ ਕਰਨਾ, ਅਨਹਦ ਨਾਦ ਦੀ ਧੁਨੀ ਨੂੰ ਸੁਣਨਾ, ਭੁੱਲ ਕੇ ਵੀ ਕਦੇ ਪ੍ਰੇਮ ਹਿਰਦੇ ਅੰਦਰੋਂ ਵਿਸਰੇ ਨਾ। ਪਰਮੇਸ਼ਰ ਦੇ ਨਾਲ ਹਿਰਦੇ ਅੰਦਰੋਂ ਪ੍ਰੇਮ ਪੈਦਾ ਕਰਨਾ, ਭਾਵਨਾ ਬਣਾਉਣੀ। ਤੇਰੇ ਹੀ ਭੀਤਰ ਓਦਜ ਮਾਖਨ, ਸੈਲ ਕੇ ਅੰਤਰ ਪਾਵਕ ਭਾਨੀ। ਪਰਮੇਸ਼ਰ ਕਿਤੇ ਬਾਹਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਭੀਤਰ ਹੈ, ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਤੇਰੇ ਭੀਤਰ ਹੈ ਉਦਤ, ਜਿਵੇਂ ਮੱਖਣ ਕਹਿਣ ਲੱਗੇ ਦੁੱਧ ਦੇ ਵਿੱਚ ਮੱਖਣ ਹੁੰਦਾ, ਔਰ ਜਿਵੇਂ ਪੱਥਰ ਦੇ ਵਿੱਚ ਕਹਿਣ ਲੱਗੇ ਅੱਗ ਛਿਪੀ ਹੋਈ। ਜਦੋਂ ਦੋ ਪੱਥਰਾਂ ਨੂੰ ਰਗੜੇ ਵਿੱਚੋਂ ਅੱਗ ਨਿਕਲਦੀ ਹੈ, ਅੰਦਰ ਹੈ ਦੁੱਧ ਵਿੱਚ ਮੱਖਣ ਹੈ ਔਰ ਪੱਥਰ ਦੇ ਵਿੱਚ ਅੱਗ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਤੇਰੇ ਭੀਤਰ ਵੀ ਪਰਮੇਸ਼ਰ ਦੀ ਜਿਹੜੀ ਰੌਂ ਹੈ, ਪਰਮੇਸ਼ਰ ਦੀ ਚਮਕ ਹੈ, ਪਰਮੇਸ਼ਰ ਦੀ ਚੇਤਨਤਾ, ਪਰਮੇਸ਼ਰ ਦਾ ਪ੍ਰਕਾਸ਼ ਤੇਰੇ ਹਿਰਦੇ ਅੰਦਰ ਸਮਾਇਆ ਹੋਇਆ ਹੈ। ਏਕ ਹੀ ਭਾਸਤ ਸ਼ਾਂਤ ਕੁਰਾਕਤ, ਤਿਉ ਤੋਏ ਅੰਤਰ ਚੇਤਨ ਮਾਨੀ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰੌਂ ਤੇਰੇ ਹਿਰਦੇ ਅੰਦਰ ਚੱਲਦੀ ਹੈ। ਇਸ ਕਰਕੇ ਉਸ ਰੌਂ ਨੂੰ ਮਹਿਸੂਸ ਕਰ ਜਿਹੜੀ ਤੇਰੇ ਅੰਤਰ ਚੇਤਨਤਾ ਪੈਦਾ ਕਰ ਰਹੀ ਹੈ, ਜਿਹੜੀ ਤੈਨੂੰ ਲਈ ਫਿਰਦੀ ਹੈ। ਸਵਾਸ ਪਰਮੇਸ਼ਰ ਦੀ ਕਿਰਪਾ ਦੁਆਰਾ ਚੱਲ ਰਹੇ ਹਨ। ਇਹ ਚੇਤਨਤਾ ਉਸ ਪਰਮੇਸ਼ਰ ਦੀ ਹੈ। ਇਹਨੂੰ ਆਪਣੇ ਹਿਰਦੇ ਅੰਦਰ ਜਾਣਨਾ ਕਰ। ਜਾ ਲਗ ਨੇਹ ਕੀ ਪਾਲਟ ਟੀਨਹਿ, ਸਤ ਸਰੂਪ ਸਨੇਹ ਸਮਾਨੀ। ਜਦੋਂ ਤੱਕ ਹਿਰਦੇ ਅੰਦਰੋਂ ਕੂੜ ਦੀ ਦੀਵਾਰ ਨਹੀਂ ਢਹਿੰਦੀ, ਉਦੋਂ ਤੱਕ ਸਤ ਨਾਲ ਸਨੇਹ ਨਹੀਂ ਹੁੰਦਾ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਸਚਿਆਰਾ ਕਿਵੇਂ ਹੋਇਆ? ਹੋ ਜਾਈਦਾ ਹੈ, ਹੋਈਦਾ ਹੈ ਜਦੋਂ ਕੂੜ ਦੀ ਦੀਵਾਰ ਢਹਿ ਜਾਏ। ਢਹਿੰਦੀ ਕਿਵੇਂ ਹੈ ਕੂੜ ਦੀ ਦੀਵਾਰ? ਮਹਾਰਾਜ ਜੀ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ ਵਿੱਚ ਚੱਲਣ ਦੀ ਜਾਚ ਸਿੱਖ। ਜਦੋਂ ਇਹ ਜਾਚ ਆ ਗਈ, ਹਉਮੈ ਦੀ ਦੀਵਾਰ, ਕੂੜ ਦਾ ਪਰਦਾ ਜਿਹੜਾ ਹੈ ਉਹ ਦੂਰ ਹੋ ਜਾਣਾ। ਫਿਰ ਤੈਨੂੰ ਸੱਚ ਨਾਲ ਸਨੇਹ, ਸਤ ਸਰੂਪ ਸਨੇਹ ਸਮਾਨੀ। ਸਤ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੇਰਾ ਪ੍ਰੇਮ ਪੈਦਾ ਹੋਏਗਾ। ਔਰ ਜਦੋਂ ਹਿਰਦੇ ਅੰਦਰ ਪ੍ਰੇਮ ਬਣਿਆ, ਫਿਰ ਸਾਖਸ਼ਾਤ ਪ੍ਰਭੂ ਦੇ ਦੀਦਾਰ, ਉਹਦਾ ਪ੍ਰਕਾਸ਼,
ਤੇਰੇ ਅੰਦਰੋਂ ਤੈਨੂੰ ਮਹਿਸੂਸ ਹੋਏਗਾ। ਸਤਿਗੁਰੂ ਜੀ ਕਹਿੰਦੇ ਇਉਂ ਨੇਮ ਬਣਾ ਪਰਮੇਸ਼ਰ ਦੇ ਨਾਲ ਤੇਰਾ ਪ੍ਰੇਮ ਪੈਦਾ ਹੋ ਸਕੇ। ਅੰਮ੍ਰਿਤ ਵੇਲੇ ਉੱਠ ਕੇ ਧਿਆਨ ਵਿੱਚ ਬੈਠ, ਪ੍ਰੇਮ ਸਹਿਤ ਜਦੋਂ ਬੈਠੇਗਾ ਤੇਰੀ ਭਾਵਨਾ ਬਣੇਗੀ, ਤੇਰਾ ਹੋਰ ਪ੍ਰੇਮ ਬਣੇਗਾ, ਫਿਰ ਹੋਰ ਸਿਮਰਨ ਵਿੱਚ ਬੈਠਣ ਨੂੰ ਜੀ ਕਰੇਗਾ। ਇਉਂ ਤੇਰਾ ਜੀਵਨ ਜਿਹੜਾ ਹੈ ਉਹ ਸਫਲਾ ਹੋਏਗਾ। ਸਤਿਗੁਰੂ ਜੀ ਰਹਿਮਤ ਕਰਨ। ਮਹਾਨ ਉਤਮ ਜਸ ਹਿਰਦੇ ਅੰਦਰ ਵਸੇ, ਅਸੀਂ ਵੀ ਅਭਿਆਸੀ ਬਣੀਏ ਤਾਂ ਕਿ ਸਾਡਾ ਜੀਵਨ ਸਵਰੇ, ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਬਿਨਾਸ, ਹੇ ਪੂਰਨ ਹੈ ਸਰਬ ਮੈਂ, ਜਗ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਖੋਹੀਐ ਪਰੋਇ, ਹਰੇ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਸਭ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ, ਸਗਲ ਦੁਆਰ ਕਉ ਛਾੜ ਕੈ, ਤੁਹਾਰੋ ਦਵਾਰ, ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾੜ ਕੈ, ਤੁਹਾਰੋ ਦਵਾਰ, ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।